तुम ही हो। सारी सृष्टि के रक्षक तुम ही हो। सारी सृष्टि के मालिक तुम ही हो। सारी सृष्टि के रक्षक तुम ही हो। करते हैं तुझको सादर प्रणाम, गाते हैं तेरे ही गुणगान। हालेलुया, हालेलुया, अब दूर नहीं है किनारा, धीरज को हमारे बढ़ाना। अब दूर नहीं है किनारा, धीरज को हमारे बढ़ाना। जीवन की हमारी इस नैया को भवसागर में खोने न देना। हालेलुया, 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 प्रभु तेरी हज़ूरी ਲਈ ਧੰਨਵਾਦ, ਅੱਜ ਦੇ ਦਿਨ ਲਈ ਧੰਨਵਾਦ, ਇਸ ਸਮੇਂ ਲਈ ਧੰਨਵਾਦ, आमीन। खुदावन खुदा धन्यवाद हो ਅੱਜ ਅੱਛੇ ਦਿਨ ਲਈ ਸਮੇਂ ਲਈ। खुदावन ਅਸੀਂ ਤੇਰੇ ਹਜ਼ੂਰ ਚ ਬੈਠੇ ਹਾਂ, ਆਰਾਧਨਾ ਕੀਤੀ, ਮਸਾ ਪਾਇਆ। खुदावन ਵਚਨ ਦੇ ਦੁਆਰਾ ਵੀ ਧੋ ਦਿਓ ਔਰ ਵੱਡੀ ਕਿਰਪਾ ਕਰੋ। ਤੀਸਰੇ ਸਵਰ ਚੋਂ वचन खोल के दे दियो और सुनने वाले ते भी तुहाडा मसा ठहर जाए। देशा विदेशा च कोई भी किते भी सुन रहा खुदावन, या आगे जाके सुन जा रहा खुदा, हर एक सुनने वाले को बड़ी आशीष मिल जाए, आत्मिक आशीष मिल जाए प्रभु यीशु मसीह नाम च। आमीन, हालेलुया, हालेलुया। सो प्रभु दा धन्यवाद होवे। सो थोड़ा जिहा मैं दसना चाहता सी तुहानूं कि ਅਸੀਂ ਪਿਛਲੇ ਤੋਂ ਪਿਛਲੇ ਹਫਤੇ ਦੇ ਵਿੱਚ ਵਿਸ਼ੇ ਨੂੰ ਲਿਆਇਆ। ਬੜੀ ਗੰਭੀਰਤਾ ਨਾਲ ਆਤਮਾ ਨੇ ਮੈਨੂੰ ਪ੍ਰੇਰਨਾ ਕੀਤੀ, ਅਚਾਨਕ ਹੀ ਮੇਰੀ ਸੋਚ ਨੂੰ ਬਦਲ ਕੇ ਰੱਖਤਾ ਔਰ ਮੈਂ ਸੋਚਦਾ ਹਾਂ ਕਿ ਤੁਹਾਡੀ ਵੀ ਸੋਚ ਬਦਲ ਜਾਊਗੀ। ਸਾਰੇ ਪ੍ਰੋਗਰਾਮ ਪਲਾਨ ਜਿਹੜੇ ਸਾਰੇ ਨੂੰ ਪਿੱਛੇ ਪਾ ਦਿੱਤਾ ਹੈ ਤੇ ਇਸ ਟਾਈਮ ਅਸੀਂ ਸਿਰਫ ਇੱਕੋ ਗੱਲ ਨੂੰ ਦੇ ਲਈ ਚੱਲ ਪਏ ਹਾਂ ਕਿ ਅਸੀਂ ਆਪਣੀ ਮੁਕਤੀ ਦੇ ਕੰਮ ਨੂੰ ਕੀ ਕਰ ਲਈਏ, ਪੂਰਾ ਕਰ ਲਈਏ। ਹਾਲੇਲੂਇਆ। ਸੋ ਇਹਦੇ ਵਿੱਚ ਅਸੀਂ ਦੇਖ ਰਹੇ ਸੀ ਕਿ ਆ ਜਿਹੜਾ 73ਵਾਂ ਸਾਲ ਇਸਰਾਇਲ ਨੂੰ ਆਜ਼ਾਦ ਹੋਏ ਨੂੰ ਹੋ ਗਿਆ ਹੈ ਔਰ ਇਹ ਯਿਸੂ ਮਸੀਹ ਦੇ ਵਚਨ ਦੇ ਹਿਸਾਬ ਦੇ ਨਾਲ ਇਹਦੇ 'ਚ ਜਿਹੜਾ 2021 ਸਾਲ ਹੈ ਚ ਕਲੀਸਿਆ ਉਠਾਈ ਜਾਣੀ ਬਣਦੀ ਆ। ਹਾਲੇਲੂਇਆ। ਲੇਕਿਨ ਅਗਰ ਕਿਸੇ ਵੀ ਵਸ਼ ਕਲੀਸਿਆ ਨਹੀਂ ਉਠਾਈ ਜਾਂਦੀ ਜਾਂ ਇਹਨਾਂ ਦਿਨਾਂ ਵਿੱਚ ਉਠਾਈ ਜਾਂਦੀ ਆ, ਉਹ ਖੁਦਾ ਜਾਣੇ। ਹਾਲੇਲੂਇਆ। ਪਰ ਸਾਨੂੰ ਜਿਹੜੇ ਆ ਸਾਹ ਮਿਲੇ ਤੇ ਆ ਦਿਨ ਮਿਲੇ ਆ, ਇਹਦੇ ਵਿੱਚ ਅਸੀਂ ਗੰਭੀਰ ਹੋ ਕੇ ਆਪਣੀ ਤਿਆਰੀ ਦੇ ਕੰਮ ਨੂੰ ਕੀ ਕਰ ਲਈਏ। ਹਾਲੇਲੂਇਆ। ਮਕਸਦ ਇਹੀ ਹੈ ਸਾਡਾ ਕਹਿਣ ਦਾ। ਔਰ ਉਹਦੇ ਵਿੱਚ ਮੈਂ ਦੇਖ ਰਿਹਾ ਸੀ ਅੱਜ ਸਾਡੇ ਕੋਲ ਇੱਕ ਯੁੱਗਾਂ ਦਾ ਪਲਾਨ ਆ। ਕਿਹਦੇ ਵਿੱਚ ਦੱਸਦਾ ਯੁੱਗਾਂ ਦਾ ਪਲਾਨ ਆ ਔਰ ਇਹਦੇ ਵਿੱਚ ਆਪਾਂ ਜਦੋਂ ਦੇਖਦੇ ਹਾਂ ਕਿ ਸ਼ੁਰੂਆਤ ਦੇ ਵਿੱਚ ਤੋਂ ਲੈ ਕੇ ਲਾਸਟ ਤੱਕ 14 ਯੁੱਗ ਟੋਟਲ ਬਣਦੇ ਆ। ਆ ਗੋਲੇ ਜਿਹੜੇ ਨਾ ਸਮਝ ਲਓ ਯੋਗੀ ਆ।
ਔਰ ਇੱਥੋਂ ਤੱਕ 14 ਯੁੱਗ ਬਣਦੇ ਆ। ਔਰ ਇਹ 14 ਯੁੱਗਾਂ ਦੇ ਵਿੱਚ ਜਦੋਂ ਆਦਮ ਨੂੰ ਧਰਤੀ ਤੇ ਬਣਾਇਆ ਤੇ ਧਰਤੀ ਤੇ ਆਦਮ ਨੂੰ ਅਦਨ ਦੇ ਬਾਗ ਚੋਂ ਕੱਢ ਦਿੱਤਾ, ਉਸ ਟਾਈਮ ਤੇ ਜਿਹੜਾ ਯੁੱਗ ਦੀ ਸ਼ੁਰੂਆਤ ਹੋਈ ਤੇ ਹੁਣ ਜਿਹੜਾ ਇਹਦਾ ਬਣਨ ਦਾ ਟਾਈਮ ਆ, ਉਹਦੇ ਲਈ ਖੁਦਾ ਨੇ ਆਦਮ ਨੂੰ ਆਪਣੇ ਸਰੂਪ ਤੇ ਬਣਾਉਣ ਦੇ ਲਈ ਜਾਂ ਬਣਨ ਦੇ ਲਈ 7 ਯੁੱਗ ਦਿੱਤੇ ਆ। ਕਿੰਨੇ? 7 ਯੁੱਗ। 7 ਯੁੱਗਾਂ 'ਚ ਮਨੁੱਖ ਦਾ ਜਿਹੜਾ ਆ ਪਰਮੇਸ਼ਰ ਦੇ ਰੂਪ ਤੇ ਬਣਨਾ ਆ ਨਿਰਧਾਰਿਤ ਕੀਤਾ ਗਿਆ ਆ। ਹਾਲੇਲੂਇਆ। ਸੋ ਇਹਨਾਂ ਯੁੱਗਾਂ ਦੇ ਵਿੱਚ ਆਪਾਂ ਸਾਰਾ ਦੇਖ ਰਹੇ ਹਾਂ ਕਿ ਲਾਸਟ ਦੇ ਵਿੱਚ ਕੀ ਹੋ ਗਿਆ। ਇੱਥੇ ਹੁਣ ਯਿਸੂ ਮਸੀਹ ਜਿਹੜੇ ਆ ਇਸ ਜਗ੍ਹਾ ਤੋਂ ਯਿਸੂ ਮਸੀਹ ਬੱਦਲਾਂ ਤੇ ਉਠਾ ਲਏ ਗਏ 2000 ਸਾਲ ਪਹਿਲਾਂ, ਹਨਾ। ਜਦੋਂ ਬੱਦਲਾਂ ਤੇ ਇੱਥੇ ਉਠਾ ਲਏ ਗਏ ਤੇ ਮਾੜਾ ਜਿਹਾ ਨਿਸ਼ਾਨ ਜਿਹਾ ਵੀ ਆ, ਇੱਥੋਂ ਉਠਾ ਲਏ ਗਏ ਤੇ ਉੱਪਰ ਸਵਰਗ ਦੇ ਵਿੱਚ ਯਾਨੀ ਕਿ ਯਿਸੂ ਮਸੀਹ ਆ ਤੇ ਇੱਥੇ ਥੱਲੇ ਜਿਹੜੀ ਆ ਕਲੀਸਿਆ ਦਾ ਯੁੱਗ ਚੱਲ ਰਿਹਾ। ਆੜਾ ਯੁੱਗ ਹੈ ਨਾ ਇਹਨਾਂ, ਇਹ ਕਲੀਸਿਆ ਦਾ ਯੁੱਗ ਆ ਇਸ ਟਾਈਮ ਦਾ ਯੁੱਗ ਜਿਹੜਾ ਚੱਲ ਰਿਹਾ, ਜਿਸ ਚ ਕਲੀਸਿਆ ਨੇ ਤਿਆਰ ਹੋਣਾ। ਫਿਰ ਯਿਸੂ ਮਸੀਹ ਨੇ ਇਸੇ ਤਰੀਕੇ ਨਾਲ ਬੱਦਲਾਂ ਤੇ ਆਉਣਾ ਆ ਵਾਪਸ। ਹਾਲੇਲੂਇਆ। ਪਰ ਉਹਦੇ ਤੋਂ ਪਹਿਲਾਂ ਹੁਣ ਜਿਹੜਾ ਯਿਸੂ ਮਸੀਹ ਦਾ ਆਉਣਾ ਆ, ਉਹਦੇ ਤੋਂ ਪਹਿਲਾਂ ਇੱਕ ਤਾਂ ਸਾਡੇ ਲਈ ਆਉਣਾ ਆ ਗੁਪਤ ਰੂਪ ਦੇ ਵਿੱਚ, ਉਹ ਇਸ ਜਗ੍ਹਾ ਤੇ ਆਉਣਾ। ਪਰ ਜਿਹੜਾ ਸ਼ਰੇਆਮ ਆਉਣਾ ਉਹ ਇਸ ਜਗ੍ਹਾ ਤੇ ਆਉਣਾ। ਤੇ ਆਹ ਵਿਚਲਾ ਕਲੇਸ਼ ਕਾਲ ਦਾ ਸਮਾਂ 7 ਸਾਲ ਦਾ ਆ। ਹਾਲੇਲੂਇਆ। ਇਹ ਕਲੇਸ਼ ਕਾਲ 'ਚ ਸਾਡੇ 'ਚੋਂ ਕੋਈ ਬਣ ਨਾ ਜਾਵੇ, ਉਹਦੇ ਲਈ ਸਾਨੂੰ ਬੜੇ ਗੰਭੀਰ ਹੋਣਾ ਪੈਣਾ ਆ। ਹਾਲੇਲੂਇਆ। ਸੋ ਅਸੀਂ ਪਿਛਲੇ ਦਿਨਾਂ ਤੋਂ, ਪਿਛਲੇ 7 ਸਾਲਾਂ ਤੋਂ ਕਰੀਬ ਅਸੀਂ ਵਚਨ ਨੂੰ ਵਿੱਚ ਕਰਕੇ ਕੁਝ ਵਿੱਚੋਂ ਮਿਸ ਵੀ ਹੁੰਦਾ ਰਿਹਾ, ਪਰ ਤਕਰੀਬਨ ਸਾਨੂੰ 7 ਸਾਲ ਹੋ ਗਏ ਮਿਲਾਪ ਦਾ ਤੰਬੂ ਦੇ ਬਾਰੇ ਸੁਣਦੇ ਹੋਏ। ਹਾਲੇਲੂਇਆ। ਔਰ ਜਿਹਦੇ ਵਿੱਚ ਅਸੀਂ ਆਂਗਨ ਨੂੰ ਵੀ ਦੇਖਿਆ ਔਰ ਉਸ ਤੋਂ ਬਾਅਦ ਅੱਗੇ ਜਾ ਕੇ ਪਵਿੱਤਰ ਸਥਾਨ ਨੂੰ ਵੀ ਦੇਖਿਆ। ਅੱਜ ਅਗਰ ਖੁਦਾ ਦੀ ਇੱਛਾ ਹੈ ਤੇ ਅਸੀਂ ਅਤੀ ਪਵਿੱਤਰ ਸਥਾਨ ਦੇ ਵੱਲ ਨੂੰ ਮੁਹਾਣਾ ਕਰਾਂਗੇ। ਹਾਲੇਲੂਇਆ। ਹਾਲੇਲੂਇਆ। ਜਿਹੜਾ ਸਭ ਤੋਂ ਖਤਰਨਾਕ ਸਥਾਨ ਆ। ਹਾਲੇਲੂਇਆ। ਹਾਲੇਲੂਇਆ। ਸੋ ਇਹਦੇ ਵਿੱਚ ਆਪਾਂ ਕੀ ਕੁਝ ਦੇਖਿਆ ਸੀਗਾ ਮਿਲਾਪ ਦੇ ਤੰਬੂ ਦੇ ਵਿੱਚ। ਬਾਹਰਲੀ ਦੀਵਾਰ ਦੇਖੀ ਸੀਗੀ ਕਨਾਤ, ਹਨਾ। ਕਨਾਤ ਜਿਹੜੀ ਦੇਖੀ ਸੀ ਉਹ ਕਿਹੜੀ ਚੀਜ਼ ਨੂੰ ਦਿਖਾਉਂਦੀ ਆ? ਕਨਾਤ ਧਾਰਮਿਕਤਾ ਨੂੰ, ਪਵਿੱਤਰਤਾ ਨੂੰ। ਹਾਲੇਲੂਇਆ। ਤੇ ਮੁਕਤੀ। ਕਿੰਨੀਆਂ ਚੀਜ਼ਾਂ ਆ? ਧਾਰਮਿਕਤਾ, ਪਵਿੱਤਰਤਾ ਤੇ ਮੁਕਤੀ ਨੂੰ ਦਿਖਾਉਂਦੀ ਆ। ਔਰ ਉਹਦੇ ਚ ਅਸੀਂ ਧਾਰਮਿਕਤਾ ਬਾਰੇ, ਮੁਕਤੀ ਬਾਰੇ ਔਰ ਪਵਿੱਤਰਤਾ ਦੇ ਬਾਰੇ ਬਹੁਤ ਖੋਲ ਕੇ ਸੁਣਿਆ ਔਰ ਸਿੱਖਿਆ। ਉਸ ਤੋਂ ਬਾਅਦ ਇਸ ਜਗ੍ਹਾ ਤੇ ਇੱਕ ਆ ਗਿਆ, ਇਸ ਕਨਾਤ ਦੇ ਅੱਗੇ ਬਣਿਆ ਹੋਇਆ ਦਰਵਾਜ਼ਾ। ਦਰਵਾਜ਼ਾ ਇੱਕ ਹੀ ਆ ਔਰ ਉਹ ਕੌਣ ਆ? ਯਿਸੂ ਮਸੀਹ। ਜਿੱਦਾਂ ਇਸ ਤੰਬੂ ਨੂੰ ਦਰਵਾਜ਼ਾ ਇੱਕ ਹੀ ਆ, ਉਦਾਂ ਸੰਸਾਰ ਦੇ ਲਈ ਵੀ ਰੱਬ ਦੇ ਘਰ ਦੇ ਵਿੱਚ ਵੜਨ ਲਈ ਦਰਵਾਜ਼ੇ ਕਿੰਨੇ ਆ? ਇੱਕ ਹੀ ਆ। ਹਾਲੇਲੂਇਆ। ਔਰ ਇਸ ਦਰਵਾਜ਼ੇ ਤੋਂ ਅੱਗੇ ਆ ਗਈ ਸੀ ਜਗਵੇਦੀ। ਜਗਵੇਦੀ ਦੇ ਬਾਰੇ ਵੀ ਅਸੀਂ ਚੰਗੀ ਤਰ੍ਹਾਂ ਸੁਣਿਆ ਕਿ ਕਿੱਦਾਂ ਤੌਬਾ ਹੁੰਦੀ ਤੇ ਕਿੱਦਾਂ ਇੱਕ ਬੰਦਾ ਮਰਦਾ। ਇੱਕ ਇਨਸਾਨ ਨੇ ਕਿੱਦਾਂ ਆਪਣੇ ਪਾਪ ਲਈ ਮਰਨਾ ਹੈ ਔਰ ਬਲੀ ਹੋਣਾ ਆ। ਔਰ ਉਸ ਤੋਂ ਬਾਅਦ ਉਹ ਜਿਹੜਾ ਮਰ ਗਿਆ ਆ ਉਹਨੇ ਕੀ ਹੋਣਾ ਆ? ਹੌਦੀ ਦੇ ਵਿੱਚ ਦਫਨ ਹੋਣਾ ਆ। ਹਾਲੇਲੂਇਆ। ਇਹ ਹੌਦੀ ਬਪਤਿਸਮੇ ਦਾ ਵੀ ਪ੍ਰਤੀਕ ਆ ਔਰ ਪਵਿੱਤਰ ਆਤਮਾ ਦਾ ਵੀ ਪ੍ਰਤੀਕ ਆ। ਇਹ ਚੀਜ਼ਾਂ ਨੂੰ ਆਪਾਂ ਸੁਣਿਆ ਔਰ ਉਸ ਤੋਂ ਬਾਅਦ ਵਿੱਚੋਂ ਆਪਾਂ ਖੋਲ ਕੇ ਸੁਣਿਆ ਜਦੋਂ ਇਸ ਕਮਰੇ ਦੇ ਵਿੱਚ ਬੜੇ, ਜਿਹਨੂੰ ਪਵਿੱਤਰ ਸਥਾਨ ਕਹਿੰਦੇ ਆ, ਉਹਦੇ ਅੱਗੇ ਜਿਹੜਾ ਕਮਰਾ ਆ ਉਹ ਅਤੀ ਪਵਿੱਤਰ ਸਥਾਨ ਆ, ਜਿੱਥੇ ਆ ਪਰਮੇਸ਼ਰ ਦਾ ਬੱਦਲ ਦਾ ਥੰਮ ਠਹਿਰਿਆ ਹੋਇਆ। ਇਹ ਰਾਤ ਨੂੰ ਅੱਗ ਦਾ ਥੰਮ ਵੀ ਬਣ ਜਾਂਦਾ। ਹਾਲੇਲੂਇਆ। ਸੋ ਇਹ ਜਿਹੜਾ ਥੰਮ ਠਹਿਰਿਆ ਉਹ ਪਵਿੱਤਰ ਸਥਾਨ ਹੈ ਤੇ ਅਗਲੇ ਹਿੱਸਾ ਜਿਹੜਾ ਆ ਉਹ ਕੀ ਆ? ਇਹ ਅਤੀ ਪਵਿੱਤਰ ਸਥਾਨ ਔਰ ਅੱਗੇ ਪਵਿੱਤਰ ਸਥਾਨ ਆ। ਔਰ ਇਹਦੇ ਵਿੱਚ ਆਪਾਂ ਇਹ ਚੀਜ਼ਾਂ ਨੂੰ ਅਸੀਂ ਦੇਖਿਆ ਸੀਗਾ। ਧੂਫ ਦੀ ਬੇਦੀ ਦੇਖੀ ਸੀ ਔਰ ਉਸ ਤੋਂ ਬਾਅਦ ਰੋਟੀ ਟੇਬਲ ਦੀ ਔਰ ਸ਼ਮਾਦਾਨ ਨੂੰ ਦੇਖਿਆ ਸੀ। ਹਰ ਚੀਜ਼ ਨੂੰ ਪੂਰਾ ਬਰੀਕੀ ਦੇ ਨਾਲ ਦੇਖਦੇ ਹੋਏ ਅਸੀਂ ਇਹਨੂੰ ਸਿੱਖਿਆ ਹੈ ਔਰ ਤੁਹਾਡੇ ਕੋਲ ਦੇ ਨੋਟਸ ਪਏ ਆ। ਹਾਲੇਲੂਇਆ। ਔਰ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਇਹ ਕੀ ਸੀਗਾ ਕਿ ਜੇਕਰ ਅਸੀਂ ਤੰਬੂ ਨੂੰ ਸਮਝਾਂਗੇ ਤੇ ਫਿਰ ਅਸੀਂ ਆਪਣੀ ਮੁਕਤੀ ਨੂੰ ਸਹੀ ਤਰੀਕੇ ਨਾਲ ਸਮਝ ਸਕਦੇ ਹਾਂ। ਹਾਲੇਲੂਇਆ। ਸੋ ਖੁਦਾ ਨੇ ਜਦੋਂ ਤੋਂ ਵੀ ਪਵਿੱਤਰ ਆਤਮਾ ਧਰਤੀ ਤੇ ਆ ਗਿਆ, ਖੁਦਾ ਦਾ ਪਲਾਨ ਕੀ ਰਿਹਾ ਹੈ, ਯੋਜਨਾ ਕੀ ਰਹੀ ਆ ਕਿ ਇੱਕ ਇਨਸਾਨ ਕੀ ਬਣ ਜਾਵੇ, ਉਹਦਾ ਰਹਿਣ ਦਾ ਸਥਾਨ ਬਣ ਜਾਵੇ, ਤੰਬੂ ਬਣ ਜਾਏ, ਉਹਦੇ ਚ ਉਹਦੀ ਹਜ਼ੂਰੀ ਆ ਜਾਏ। ਤੇ ਉਹਦੇ ਲਈ ਖੁਦਾ ਨੇ ਜਿਹਨੂੰ ਵੀ ਤੌਬਾ ਦਾ ਮੌਕਾ ਦਿੱਤਾ ਹੈ, ਬਪਤਿਸਮੇ ਦਾ ਮੌਕਾ ਦਿੱਤਾ ਆ ਔਰ ਉਹਨੂੰ ਫਿਰ ਕੀ ਕੀਤਾ ਆ? ਤੌਬਾ ਤੇ ਬਪਤਿਸਮਾ ਲੈ ਹੋਏ ਨੂੰ ਹਰੇਕ ਨੂੰ, ਚਾਹੇ ਕਿਸੇ ਵੀ ਦੇਸ਼ ਵਿਦੇਸ਼ ਵਿੱਚ ਹੋਵੇ, ਉਹਨੂੰ ਇੱਕ ਕਲੀਸਿਆ ਦੇ ਵਿੱਚ ਰੱਖਿਆ। ਕਾਹਦੇ ਚ ਰੱਖਿਆ ਆ? ਕਲੀਸਿਆ ਦੇ ਵਿੱਚ ਰੱਖਿਆ।
ਕਲੀਸਿਆ ਵਿੱਚ ਉਹਨੂੰ ਕਿਉਂ ਰੱਖਿਆ ਆ? ਕਿਉਂਕਿ ਇਹਨੇ ਹੁਣ ਜਿਹੜਾ ਅੱਗਿਓਂ ਰੂਪ ਇਹਦੇ ਵਿੱਚ ਬਣਨਾ ਹੈ। ਇਹਨੇ ਆਪਣਾ ਰੂਪ ਤਾਂ ਡੋਬ ਦਿੱਤਾ ਪਾਣੀ ਦੇ ਵਿੱਚ, ਹੁਣ ਇਹ 'ਚ ਕਿਹੜਾ ਰੂਪ ਬਣਨਾ ਹੈ? ਨਵਾਂ ਰੂਪ ਬਣਨਾ ਹੈ, ਜਿਹੜਾ ਰੂਪ ਹੈ ਯਿਸੂ ਮਸੀਹ। ਉਹ ਭੈਣਾਂ ਵਿੱਚ ਵੀ ਯਿਸੂ ਆ ਤੇ ਭਾਈਆਂ ਵਿੱਚ ਵੀ ਯਿਸੂ ਆ, ਗੋਰੇ ਵਿੱਚ ਵੀ ਯਿਸੂ ਆ ਤੇ ਕਾਲੇ ਵਿੱਚ ਵੀ ਯਿਸੂ ਆ, ਅਫਰੀਕਨ ਵਿੱਚ ਅਮਰੀਕਨ ਵਿੱਚ, ਸਾਰਿਆਂ ਦੇ ਵਿੱਚ ਕੌਣ ਹੈ? ਯਿਸੂ ਦਾ ਹੀ ਰੂਪ ਹੈ। ਖੁਦਾ ਨੇ ਰੂਪ ਕੋਈ ਵੱਖਰੇ ਨਹੀਂ ਰੱਖੇ, ਇੱਕੋ ਹੀ ਰੂਪ ਰੱਖਿਆ। ਉਹ ਰੂਪ ਬਣਨ ਦੇ ਲਈ ਅਸਲ ਦੇ ਵਿੱਚ ਕਲੀਸਿਆ ਆ। ਕਲੀਸਿਆ ਉਹ ਵਰਕਸ਼ਾਪ ਆ ਜਿੱਥੇ ਇੱਕ ਵਿਸ਼ਵਾਸੀ ਦਾ ਜਿਹੜਾ ਰੂਪ ਆ, ਜਿਹੜੇ ਉਹਦੇ ਵਜੂਦ ਆ, ਉਹ ਯਿਸੂ ਮਸੀਹ ਵਰਗਾ ਬਣਨਾ ਹੈ। ਹਾਲੇਲੂਇਆ। ਪਰ ਇਹਦੇ ਚ ਆਪਾਂ ਲਗਾਤਾਰ ਸਿੱਖਦੇ ਆਏ ਆ। ਅਫਸੋਸ ਦੀ ਗੱਲ ਕੀ ਹੋ ਗਈ ਆ, ਕਲੀਸਿਆ ਵਿੱਚ ਲਿਆ ਕੇ ਵੀ ਅੱਜ ਕਲੀਸਿਆ ਦਾ ਪ੍ਰਚਾਰ ਤੇ ਕਲੀਸਿਆ ਦੇ ਪਾਦਰੀ ਉਹਨਾਂ ਨੂੰ ਕੀ ਕਰਦੇ ਜਾ ਰਹੇ ਆ? ਫਿਰ ਸੰਸਾਰ ਦੇ ਵਿੱਚ ਹੀ ਡੋਬਦੇ ਜਾ ਰਹੇ। ਹਾਲੇਲੂਇਆ। ਸੰਸਾਰ ਦੀਆਂ ਅਭਿਲਾਸ਼ਾਵਾਂ ਦੇ ਵਿੱਚ ਉਹਨਾਂ ਨੂੰ ਲਗਾਉਂਦੇ ਜਾ ਰਹੇ ਆ। ਔਰ ਬਿਰਲਾ ਆ ਕੋਈ ਜਿੱਥੇ ਇਹ ਉਪਦੇਸ਼ ਦਿੱਤਾ ਜਾਵੇ ਕਿ ਇੱਕ ਇਨਸਾਨ ਨੇ ਤੰਬੂ ਬਣਨਾ ਹੈ। ਉੱਥੇ ਵੀ ਇਸਰਾਏਲੀਆਂ ਨੂੰ ਵੀ ਕਹਿਤਾ ਹੈ ਤੰਬੂ ਬਣਾਓ ਤਾਂ ਜੋ ਮੈਂ ਤੁਹਾਡੇ ਵਿੱਚ ਵਾਸ ਕਰਾਂ। ਹਾਲੇਲੂਇਆ। ਸੋ ਇਹਦਾ ਮਤਲਬ ਅਜੇ ਸਾਡੇ ਵਿੱਚ ਜਿਹੜਾ ਵਾਸ ਆ ਨਾ, ਜਿਹੜਾ ਜਲਾਲੀ ਵਾਸ ਆ, ਉਹ ਨਹੀਂ। ਹਜੇ ਸਾਡੇ ਵਿੱਚ ਕੀ ਆ? ਇੱਕ ਬੀਜ ਭੇਜਿਆ ਆ ਸਾਡੇ ਅੰਦਰ, ਵਚਨ ਦਾ ਬੀਜ ਲੈ ਕੇ ਪਵਿੱਤਰ ਆਤਮਾ ਆਇਆ ਹੈ। ਅਜੇ ਉਹਦੇ ਵਿੱਚ ਬੀਜ ਦੇ ਵਿੱਚ ਕੀ ਹੋਣਾ? ਇੱਕ ਰੂਪ ਆਉਣਾ ਆ। ਹਾਲੇਲੂਇਆ। ਬੀਜ ਦੇ ਵਿੱਚੋਂ ਫੁੰਬਲ ਨਿਕਲਣੀਆਂ, ਤਣਾ ਬਣਨਾ ਆ, ਸ਼ਾਖਾਵਾਂ ਹੋਣੀਆਂ ਆ, ਪੱਤੇ ਲੱਗਣੇ ਆ, ਫੁੱਲ ਲੱਗਣੇ ਆ, ਫਿਰ ਫਲ ਇਹ ਹੈ ਇੱਕ ਰੂਪ। ਤੇ ਉਹ ਹੁਣ ਰੂਪ ਉਹਨੂੰ ਹੀ ਉਹਦੇ ਵਿੱਚ ਹੀ ਬਣੂਗਾ। ਇੱਕ ਮਾਂ ਦੀ ਕੁੱਖ ਦੇ ਵਿੱਚ ਮੰਨ ਲਓ ਇੱਕ ਬੀਜ ਆ ਗਿਆ, ਪਤੀ ਦੇ ਦੁਆਰਾ ਬੀਜ ਆ ਗਿਆ, ਇੱਕ ਔਲਾਦ ਦਾ ਬੀਜ ਆ ਗਿਆ, ਠੀਕ ਹੈ। ਤੇ ਜੇ ਮਾਂ ਨੇ ਬਾਅਦ ਚ ਖੁਰਾਕ ਖਾਣੀ ਬੰਦ ਕਰਤੀ, ਬੀਜ ਲੈ ਲਿਆ, ਖੁਰਾਕ ਖਾਣੀ ਬੰਦ ਕਰ, ਰੋਟੀ ਪਾਣੀ ਬੰਦ ਕਰਤਾ, ਕੀ ਹੋ? ਹਨਾ? ਕਿਉਂਕਿ ਉੱਥੇ ਕੀ ਆ? ਮਾਂ ਨੂੰ ਖੁਰਾਕ ਵੀ ਬਹੁਤ ਜ਼ਰੂਰੀ ਆ, ਪਰਹੇਜ ਵੀ ਬਹੁਤ ਜ਼ਰੂਰੀ ਆ। ਹਾਲੇਲੂਇਆ। ਕਿਉਂਕਿ ਉਹਦੇ ਪਰਹੇਜ ਤੇ ਖੁਰਾਕ ਦੇ ਅੰਦਰ ਹੀ ਉਸ ਰੂਪ ਦੇ ਉੱਤੇ ਆਉਣਾ। ਕਈ ਬਿੰਗੇ ਬੋਲੇ ਜੇ ਹੋ ਜਾਂਦੇ ਨਾ, ਫਿਰ ਕਾਰਨ ਕੀ ਹੋ ਜਾਂਦਾ? ਕਿ ਕੋਈ ਪਰਹੇਜਗਾਰੀ ਹੋਈ ਨਹੀਂ, ਕੋਈ ਖੁਰਾਕ ਗਲਤ ਖਾ ਹੋ ਗਈ, ਕੋਈ ਦਵਾ ਦਾਰੂ ਇਦਾਂ ਦਾ ਹੋ ਗਿਆ ਜਿਹਦੇ ਨਾਲ ਉਹ ਸਾਰਾ ਪ੍ਰੋਗਰਾਮ ਜਨਨ ਦੀ ਪੀੜ ਵੀ ਸਹੀ, ਪੈਦਾ ਵੀ ਕੀਤਾ, ਪੈਦਾ ਕੀਤਾ ਹੋਇਆ ਉਹਨਾਂ ਤੇ ਕੀ ਹੋ ਗਿਆ? ਇੱਕ ਬੋਝ ਬਣ ਗਿਆ। ਹਾਲੇਲੂਇਆ। ਹਾਲੇਲੂਇਆ। ਸੋ ਇੱਕ ਮਿਸਾਲ ਮੈਂ ਦਿੰਦਾ, ਮੈਂ ਉਹਨਾਂ ਬੱਚਿਆਂ ਲਈ ਨਹੀਂ ਮਾਂ ਪਿਓ ਨੂੰ ਕੋਸਦਾ ਜਾਂ ਕੁਝ ਵੀ ਆ, ਇਹ ਤਾਂ ਖੁਦਾ ਦੀ ਯੋਜਨਾ ਹੁੰਦੀ ਹਰ ਇੱਕ ਥਾਂ ਤੇ। ਪਰ ਸਾਨੂੰ ਇੱਥੋਂ ਸਿੱਖਣ ਨੂੰ ਇੱਕ ਗੱਲ ਮਿਲ ਜਾਂਦੀ ਹੈ। ਪਰਮਾਤਮਾ ਉਹਨਾਂ ਬੱਚਿਆਂ ਨੂੰ ਬੜੀ ਆਸ਼ੀਸ਼ ਦੇਵੇ ਜਿਹੜੇ ਕੋਈ ਸਥਿਤੀ ਦੇ ਵਿੱਚ ਆ, ਰੱਬ ਸਾਨੂੰ ਮਾਫ ਕਰੇ। ਸੋ ਇਹਦੇ ਤੋਂ ਅਸੀਂ ਸਿਰਫ ਇੱਕ ਐਗਜ਼ਾਮਪਲ ਲੈ ਰਹੇ ਹਾਂ ਕਿ ਕਿੱਦਾਂ ਹੋ ਜਾਂਦਾ। ਸੋ ਕਹਿੰਦਾ ਮਤਲਬ ਮਾਂ ਨੇ ਜੇ ਖਾਣਾ ਪੀਣਾ ਬੰਦ ਕਰਤਾ ਆ ਤੇ ਅੰਦਰ ਜਿਹੜਾ ਬੀਜ ਆ ਉਹ ਤਾਂ ਖੁਰਾਕ ਤੇ ਹੀ ਆ ਨਾ ਨਿਰਭਰ। ਸੋ ਜੇਕਰ ਅਸੀਂ ਅੱਜ ਖਾਵਾਂਗੇ ਇੱਥੇ ਕੁਛ ਤੇ ਫੇਰ ਹੀ ਅੰਦਰਲਾ ਬੀਜ ਹਰਕਤ ਚ ਆਊਗਾ ਨਾ। ਜਦੋਂ ਬੀਜ ਹਰਕਤ ਚ ਆਉਂਦਾ ਨਾ, ਬੀਜ ਦੇ ਬੀਜਿਆ ਜਾਂਦਾ ਆ, ਬੀਜਣ ਤੋਂ ਬਾਅਦ ਨਾ ਪੂਰੀ ਦਿੱਤਾ ਜਾਂਦਾ। ਪਹਿਲਾਂ ਵੱਟਾ ਮਾਰ ਕੇ ਕੀ ਕੀਤਾ ਜਾਂਦਾ ਹੈ ਹਨਾ, ਵੱਟਾਂ ਬਣਾ ਕੇ ਉਹਦੇ ਵਿੱਚ ਸਿੱਟਿਆ ਜਾਂਦਾ, ਫਿਰ ਵੱਟਾਂ ਨੂੰ ਕੀ ਕਰਦਾ ਜਾਂਦਾ? ਪੂਰ ਦਿੱਤਾ ਜਾਂਦਾ। ਥੱਲੇ ਆ ਬੀਜ, ਜਾਂ 2 ਇੰਚ 3 ਇੰਚ 5 ਇੰਚ 6 ਇੰਚ ਇੱਕ ਗਿੱਠ ਜਿੰਨਾ ਥੱਲੇ ਰਹਿ ਜਾਂਦਾ। ਉਹ ਬੀਜ ਨੂੰ ਕੀ ਚਾਹੀਦਾ ਆ? ਪਾਣੀ ਚਾਹੀਦਾ। ਹਾਲੇਲੂਇਆ। ਪਾਣੀ ਆਉਂਦਾ ਆ, ਲੱਗਦਾ ਆ, ਤੇ ਫਿਰ ਬੀਜ ਦੇ ਵਿੱਚ ਕੀ ਹੁੰਦਾ ਆ? ਬੀਜ ਦਾ ਪਹਿਲਾ ਰੂਪ ਕੀ ਹੁੰਦਾ ਆ? ਖਤਮ ਹੋਣਾ ਸ਼ੁਰੂ ਹੁੰਦਾ। ਜਿਹੜਾ ਉਹਦੇ ਅੰਦਰ ਲਾਇਆ ਉਹ ਤਾਂ ਨੂੰ ਆਉਂਦਾ ਇੱਕ ਦਿਨ ਜ਼ਮੀਨ ਚੋਂ ਬਾਹਰ ਇੱਕ ਨਿੱਕੀ ਜਿਹੀ ਲਗਰ ਜੀ ਨਿਕਲ ਆਉਂਦੀ ਹੈ। ਔਰ ਉਹ ਜਦੋਂ ਲਗਰ ਜੀ ਨਿਕਲਦੀ ਹੈ ਨਾ, ਤੇ ਜਿਹੜੇ ਤੁਸੀਂ ਕਦੀ ਦੇਖਿਆ ਹੋਗਾ ਜ਼ਮੀਨ 'ਚ ਨਿਕਲਦਾ ਨਿੱਕੀ ਜਿਹੀ ਲਗਰ, ਪਤਲੀ ਜਿਹੀ ਤਿੱਖੀ ਜਿਹੀ ਹੁੰਦੀ, ਸੂਲ ਵਰਗੀ, ਹਰੇਕ ਬੂਟੇ ਦੀ ਜੋ ਵੀ ਬੀਜਿਆ ਜਾਂਦਾ ਇਹ ਜਦੋਂ ਉੱਗਦਾ ਇਦਾਂ ਹੀ ਸੂਲ ਜੀ ਹੁੰਦੀ ਆ। ਪਰ ਤੁਸੀਂ ਦੇਖੋ ਜਦੋਂ ਸੂਲ ਜੀ ਬਾਹਰ ਆ ਜਾਂਦੀ ਨਾ, ਆਸੇ-ਪਾਸੇ ਜ਼ਮੀਨ ਨੂੰ ਤਰੇੜਾਂ ਆ ਜਾਂਦੀਆਂ। ਹਾਲੇਲੂਇਆ। ਇਹਦਾ ਮਤਲਬ ਇਹ ਜਿਹਦੇ ਅੰਦਰ ਵਚਨ ਦਾ ਪਾਣੀ ਜਾਊਗਾ, ਵਚਨ ਦੀ ਖੁਰਾਕ ਜਾਊਗੀ, ਉਹ ਅੰਦਰੋਂ ਬਲ ਲੈ ਕੇ ਆਊਗਾ। ਜ਼ਮੀਨ ਉਹਨੂੰ ਰੋਕ ਸਕੂਗੀ ਨਹੀਂ, ਪਾੜ ਕੇ ਆ ਜਾਓ ਜ਼ਮੀਨ ਨੂੰ ਬਾਹਰ। ਹਾਲੇਲੂਇਆ। ਹਾਲੇਲੂਇਆ। ਪਰ ਪਾੜ ਕੇ ਆਉਣਾ ਤਾਂ ਕੋਈ ਪਾਣੀ ਲਾਉਣ ਵਾਲਾ ਚਾਹੀਦਾ। ਹਾਲੇਲੂਇਆ। ਸੋ ਜਿੱਥੇ ਪਾਣੀ ਲੱਗੂਗਾ ਉਹ ਬੂਟੇ ਕੀ ਹੋਣਗੇ? ਨਿਕਲਣਗੇ, ਉਹਨਾਂ ਦਾ ਰੂਪ ਸਾਫ਼ ਦਿਖਾਈ ਦਊਗਾ।
ਹਾਲੇਲੂਇਆ। ਦੇਖੋ ਖੁਦਾ ਦਾ ਪਲਾਨ, ਉਹਦੀ ਯੋਜਨਾ ਕੀ ਆ? ਉਹਨੇ ਆਪਣਾ ਬੀਜ ਸਾਡੇ ਵਿੱਚ ਰੱਖਿਆ ਤੇ ਖੁਰਾਕ ਵੀ ਆਪ ਹੀ ਸਾਡੇ ਲਈ ਬਣ ਰਿਹਾ ਹੈ। ਹਾਲੇਲੂਇਆ। ਕੋਈ ਪਤੀ ਮਾਂ ਦੇ ਨਾਲ ਸੰਬੰਧ ਕਰਕੇ ਕੁੱਖ ਦੇ ਵਿੱਚ ਬੀਜ ਭੇਜ ਕੇ ਉਸ ਤੋਂ ਬਾਅਦ ਮਾਂ ਲਈ ਕਦੀ ਹੱਥ ਵੱਢ ਦੇ, ਉਂਗਲ ਵੱਢ ਦੇਵੇ ਤੇ ਆਪਣੇ ਆਪ ਨੂੰ ਖਿਲਾਈ ਜਾਵੇ, ਏਦਾਂ ਕਦੀ ਹੋਇਆ? ਕੋਈ ਪਤੀ ਆਪਣੇ ਆਪ ਨੂੰ ਖਾਣ ਨੂੰ ਦੇ ਦੇਵੇ? ਯਿਸੂ ਮਸੀਹ ਕਹਿੰਦਾ ਮੈਨੂੰ ਖਾਓ ਤੇ ਮੇਰਾ ਲਹੂ ਪੀਓ। ਸੋ ਇਸ ਬੀਜ ਨੂੰ ਕਿਸ ਪ੍ਰਕਾਰ ਦੇ ਨਾਲ ਸਿੰਜਦਾ ਆ। ਹਾਲੇਲੂਇਆ। ਕਿਉਂਕਿ ਉਹ ਜੀਵਨ ਆ, ਉਹਨੂੰ ਖਾਣਾ ਕੀ ਆ? ਜੀਵਨ ਹੈ। ਯਿਸੂ ਮਰਦਾ ਨਹੀਂ, ਯਿਸੂ ਨੂੰ ਕਬਰ ਵੀ ਮਾਰ ਸਕਦੀ ਨਹੀਂ। ਯਿਸੂ ਕਬਰ 'ਚ ਜਾਂਦਾ ਆ ਪਰ ਕਬਰ 'ਚ ਪਿਆ ਰਹਿੰਦਾ, ਉਹ ਪਤਾਲ 'ਚ ਹੀ ਵੜ ਜਾਂਦਾ। ਹਾਲੇਲੂਇਆ। ਉੱਥੇ ਵੀ ਪਹਿਲਿਆਂ ਨੂੰ ਕੀ ਕਰਦਾ ਆ? ਪ੍ਰਚਾਰ ਕਰਦਾ। ਹਾਲੇਲੂਇਆ। ਸੋ ਜੇ ਯਿਸੂ ਦੀਆਂ ਕੁਆਲਿਟੀਆਂ ਤੇ ਜਿਹਦੇ ਅੰਦਰ ਬੀਜ ਆਇਆ, ਉਹਦੀ ਵੀ ਇਹ ਕੁਆਲਿਟੀ ਹੋਣੀ ਆ। ਉਹਦੀ ਵੀ ਇਹ ਕੁਆਲਿਟੀ ਹੋਣੀ ਆ ਕਿ ਉਹਦੇ ਵਿੱਚ ਵੀ ਇਦਾਂ ਦਾ ਹੀ ਰਹਿਣਾ ਚਾਹੀਦਾ। ਉਹ ਹਰ ਟਾਈਮ ਐਕਟਿਵ ਰਹਿਣਾ ਚਾਹੀਦਾ। ਹਾਲੇਲੂਇਆ। ਛੋਟਾ ਹੁੰਦਾ ਵੀ ਆਪਣੀ ਮਾਂ ਨੂੰ ਕਹਿ ਰਿਹਾ ਹੈ, ਜਿਹੜੀ ਮਰੀਅਮ ਹੈ ਉਹਨੂੰ ਕਹਿ ਰਿਹਾ ਹੈ, ਤੈਨੂੰ ਨਹੀਂ ਪਤਾ ਮੈਨੂੰ ਪਰਮੇਸ਼ਵਰ ਦੇ ਘਰ ਵਿੱਚ ਹੋਣਾ ਜ਼ਰੂਰੀ ਹੈ। ਪਰਮੇਸ਼ਵਰ ਦੇ ਘਰ ਵਿੱਚ ਹੋਣਾ ਕੀ ਹੈ? ਜ਼ਰੂਰੀ ਆ। ਐਵੇਂ ਨਹੀਂ ਮੈਂ ਵੈਸੇ ਆਇਆ ਜਾਂ ਵੈਸੇ ਆਇਆ ਜਾਇਆ ਕਰੂੰਗਾ, ਏਦਾਂ ਨਹੀਂ, ਜ਼ਰੂਰੀ ਆ। ਤੇ ਜਿਹੜਾ ਜ਼ਰੂਰੀ ਕਹਿੰਦਾ ਸਾਡੇ ਅੰਦਰ ਬੀਜ ਬਣ ਕੇ ਆਇਆ। ਤੇ ਦੱਸੋ ਜਿਹੜਾ ਬੀਜ ਬਣ ਕੇ ਆਇਆ, ਜਿਹਦੇ ਵਿੱਚ ਆਇਆ, ਉਹਦਾ ਰੱਬ ਦੇ ਘਰ 'ਚ ਆਉਣਾ ਜ਼ਰੂਰੀ ਆ ਕਿ ਨਹੀਂ? ਜ਼ਰੂਰੀ ਆ। ਹਾਲੇਲੂਇਆ। ਹਾਲੇਲੂਇਆ। ਤੁਹਾਨੂੰ ਪਤਾ ਜਿੰਨੀ ਵਾਰ ਇੱਥੇ ਕਲਾਸ ਆਪਾਂ ਰੋਕੀ ਤੇ ਬਾਅਦ 'ਚ ਰੋਕ ਕੇ ਦੁਬਾਰਾ ਚਲਾਈ ਹੈ ਤੇ ਨਵੀਂ ਜਾਗਰਤੀ ਆਈ ਹੈ। ਕੋਈ ਨਾ ਕੋਈ ਕਿਸੇ ਨਾ ਕਿਸੇ ਬਹਾਨੇ ਨਾ ਉਹ ਜਿਹੜਾ ਪੁਰਾਣਾ ਪੂਰ ਆ ਉਹ ਵਿਚਾਰਾ ਏਦਾਂ ਹੀ ਚੱਲਿਆ ਗਿਆ। ਜਿੱਦਾਂ ਉਹ ਨਹੀਂ ਹੁੰਦਾ ਸਟਾਲਾ ਜਿਹੜਾ ਬਟਨ ਹੁੰਦਾ, ਸਟਾਲਾ ਕਹਿੰਦੇ ਹੁੰਦੇ ਨਾ, ਜਿਹੜੇ ਪੱਠੇ ਸਟਾਲਾ ਕਹਿੰਦੇ ਉਹਨੂੰ। ਤੇ ਉਹਦੇ ਪੂਰ ਹੁੰਦੇ ਆ। ਇੱਕ ਵਾਰੀ ਵੱਢ ਦਿਓ ਉਹ ਖਤਮ, ਦੂਸਰਾ ਫੇਰ ਨਿਕਲ ਆਉਂਦਾ, ਤੀਸਰਾ ਫੇਰ ਨਿਕਲ ਆਉਂਦਾ, ਖਤਮ। ਹਾਲੇਲੂਇਆ। ਸੋ ਇਸੇ ਤਰੀਕੇ ਨਾਲ ਪੂਰ ਸਾਡੇ ਇੱਥੇ ਨਿਕਲਦੇ ਆਉਂਦੇ ਰਹਿੰਦੇ ਆ। ਭਾਜੀ ਹੁਣੀ ਬੈਠੇ, ਭਾਈ ਕਸ਼ਮੀਰ ਨਹੀਂ, ਮੇਰਾ ਬਖਸ਼ੀਸ਼ ਸੌਰੀ ਮਾਫ ਕਰਨਾ। ਸੋ ਬਖਸ਼ੀਸ਼ ਭਾਜੀ ਹੁਣੀ ਆ ਗਏ ਹੁਣ। ਹਾਲੇਲੂਇਆ। ਤੇ ਪਿੰਕੀ ਹੁਣੀ ਆਏ, ਮੈਨੂੰ ਅੱਜ ਸਮਝ ਨਹੀਂ ਆਈ। ਪਿੰਕੀ ਹੁਣੀ ਆ ਗਏ, ਦੇਖੋ ਰੱਬ ਦੀ ਕੁਦਰਤ। ਹਾਲੇਲੂਇਆ। ਹਾਲੇਲੂਇਆ। ਸੋ ਕਹਿੰਦਾ ਮਤਲਬ ਕਿਸੇ ਨਾ ਕਿਸੇ ਹਿਸਾਬ ਨਾਲ ਖੁਦਾ ਚਾਹੁੰਦਾ ਹੈ ਇੱਥੇ ਕੋਈ ਦਾਸ ਮਿਹਨਤ ਕਰਦਾ ਹੈ ਤੇ ਉਹਦੇ ਕੋਲ ਮੈਂ ਆਪਣੇ ਜਿਹੜੇ ਦਿਲ ਵਾਲੇ ਲੋਕ ਆ, ਮੇਰੇ ਮਨ ਦੇ ਅਨੁਸਾਰ ਆ, ਮੈਂ ਉਹਨਾਂ ਨੂੰ ਉੱਥੇ ਪਹੁੰਚਾਈ ਜਾਣਾ। ਹਾਲੇਲੂਇਆ। ਤੇ ਜਿਹੜੇ ਦਾਊਦ ਵਾਂਗੂ ਗੇੜਾ ਕਰਨਗੇ ਉਹਨਾਂ ਨੂੰ ਪਹੁੰਚਾਈ ਜਾਣਾ। ਹਾਲੇਲੂਇਆ। ਦਾਊਦ ਮਨ ਅਨੁਸਾਰ ਹੀ ਆ, ਪਰ ਇੱਕ ਟਾਈਮ ਉਹਨੇ ਛੱਡਤਾ, ਕਹਿੰਦਾ ਮੈਨੂੰ ਮੇਰੀ ਮੁਕਤੀ ਦੀ ਖੁਸ਼ੀ ਮੋੜ ਦੇ, ਮੇਰਾ ਤਾਂ ਉਹ ਸਿਸਟਮ ਹੀ ਵਿਗੜਦਾ ਜਾ ਰਿਹਾ। ਫਿਰ ਕਿਤੇ ਵਾਹ ਇਹ ਨੁਕਸਾਨ ਖਾ ਕੇ ਵਾਪਸ ਆਇਆ। ਹਾਲੇਲੂਇਆ। ਇਹਦਾ ਕੋਚਿਆ ਤਿਆਰ ਆ, ਹੁਣ ਨੁਕਸਾਨ ਉਹਨੇ ਖਾਦਾ, ਉਹਨੇ ਪਤਾ ਲੱਗ ਗਿਆ, ਉਹ ਖਾ ਕੇ ਵਾਪਸ ਆ ਰਹੇ ਆ। ਹਾਲੇਲੂਇਆ। ਸੋ ਧਿਆਨ ਕਰਨਾ ਹੈ। ਅਸੀਂ ਜਦੋਂ ਇਹ ਕਲੀਸਿਆ ਵਿੱਚ, ਮੈਂ ਜਿਹੜੀ ਗੱਲ ਕਰ ਰਿਹਾ, ਕਲੀਸਿਆ ਵਿੱਚ ਸਾਨੂੰ ਸੱਦਿਆ ਤੇ ਖੁਦਾ ਦੀ ਯੋਜਨਾ ਆ ਕਿ ਅਸੀਂ ਯਿਸੂ ਦਾ ਰੂਪ ਬਣਨਾ। ਗ੍ਰਹਿਣ ਉਹ ਹੀ ਹੋਣਾ ਜਿਹੜਾ ਯਿਸੂ ਦਾ ਰੂਪ ਹੋਊਗਾ। ਦੁਨੀਆ 'ਚ ਕੋਈ ਮਹਾਜਾਜਕ ਰੱਬ ਦੇ ਘਰ ਵਿੱਚ ਪ੍ਰਵੇਸ਼ ਕਰ ਸਕਦਾ ਨਹੀਂ ਜਦੋਂ ਤੋਂ ਯਿਸੂ ਨੇ ਜਾਨ ਦਿੱਤੀ ਹੈ। ਉਹਦੇ ਤੋਂ ਪਹਿਲਾਂ ਪੀੜ੍ਹੀ ਦਰ ਪੀੜ੍ਹੀ ਕੋਈ ਵੀ ਆ ਸਕਦਾ ਸੀ। ਹਾਲੇਲੂਇਆ। ਪਰ ਹੁਣ ਕੋਈ ਵੀ ਉੱਥੇ ਜਾ ਸਕਦਾ ਨਹੀਂ। ਇੱਕ ਹੀ ਗਿਆ, ਇੱਕ ਹੀ ਜਾਣ ਦੇ ਲਾਇਕ ਸੀਗਾ। ਇੱਕ ਜਿਹੜਾ ਗਿਆ ਆ ਉਹ ਸਦਾ ਕਾਲ ਦੇ ਲਈ ਗਿਆ ਆ। ਸਾਡੀ ਸਿਫਾਰਿਸ਼ 2000 ਸਾਲ ਤੋਂ ਹੋ ਰਹੀ ਹੈ ਇਸ ਕਲੀਸਿਆ ਦੀ। ਕਿੰਨੀਆਂ ਪੀੜ੍ਹੀਆਂ ਚਲ ਜਾ ਚੁੱਕੀਆਂ, ਅਜੇ ਤੱਕ ਉਹਦੀ ਸਿਫਾਰਿਸ਼ ਬੰਦ ਨਹੀਂ ਹੋਈ। ਤੇ ਸਮਝ ਲਓ ਜਦੋਂ ਤੱਕ ਸਿਫਾਰਿਸ਼ ਆ ਸਾਡੇ ਕੋਲ ਮੌਕਾ ਹੈ। ਬੋਲੋ ਫਿਰ ਹਾਲੇਲੂਇਆ। ਜਦੋਂ ਤੱਕ ਸਿਫਾਰਿਸ਼ ਆ ਸਾਡੇ ਕੋਲ ਕੀ ਆ ਭਾਈ? ਮੌਕਾ ਆ। ਕਿਤੇ ਸਾਡੀ ਸਿਫਾਰਿਸ਼ ਨਾ ਰੁਕ ਜਾਏ। ਤੇ ਦੂਸਰੇ ਸ਼ਬਦਾਂ ਵਿੱਚ ਜਦੋਂ ਤੱਕ ਸਾਡੇ ਕੋਲ ਸਾਹ ਆ ਸਾਡੇ ਕੋਲ ਮੌਕਾ ਆ। ਇਹ ਜਿਹੜੇ ਹੁਣ ਅਗਲੇ ਸਾਹ ਆ, ਜਦੋਂ ਆਪਾਂ ਗੰਭੀਰਤਾ ਇਹਨਾਂ ਵਚਨ ਸੁਣ ਲਿਆ ਤੇ ਜੇ ਆਪਾਂ ਆਪਣੇ ਆਪ ਨੂੰ ਸੈੱਟ ਨਹੀਂ ਕਰਾਂਗੇ ਤੇ ਖੁਦਾ ਦੇ ਕਹਿਰ ਨੂੰ ਦੇਖਾਂਗੇ। ਕਿਹਨੂੰ ਦੇਖਾਂਗੇ ਜੀ? ਖੁਦਾ ਦੇ ਕਹਿਰ ਨੂੰ ਦੇਖਾਂਗੇ। ਹੋਰ ਕੁਝ ਬਾਕੀ ਰਹਿ ਨਹੀਂ ਗਿਆ। ਸੋ ਅਸੀਂ ਆਪਣੇ ਲਈ ਨਮੂਨਾ ਬਣੀਏ, ਆਪਣੇ ਪਰਿਵਾਰ ਲਈ ਨਮੂਨਾ ਬਣੀਏ, ਆਪਣੇ ਝੁੰਡ ਲਈ ਨਮੂਨਾ ਬਣੀਏ, ਆਪਣੇ ਬਿਜ਼ਨਸ ਪਾਰਟਨਰ ਦੇ ਲਈ ਨਮੂਨਾ ਬਣੀਏ। ਜਿੱਥੇ ਜਿੱਥੇ ਵੀ ਨਮੂਨਾ ਹੀ ਬਣ ਜਾਓ।
ਹਾਲੇਲੂਇਆ। ਤਾਂ ਕਿ ਉਸ ਨਮੂਨੇ ਵੱਲ ਦੇਖ ਕੇ ਦੂਸਰੇ ਜਿਹੜੇ ਨਮੂਨੇ ਆ ਉਹ ਆਪਣੇ ਆਪ ਨੂੰ ਕੀ ਕਰ ਲੈਣ, ਸੈੱਟ ਕਰ ਲੈਣ, ਠੀਕ ਕਰ ਲੈਣ। ਤੇ ਜੇ ਨਾ ਹੋ ਸਕਿਆ ਫਿਰ ਬੜਾ ਮੁਸ਼ਕਲ ਹੈ। ਹਾਲੇਲੂਇਆ। ਸੋ ਆਓ ਫਿਰ ਆਪਾਂ ਅਤੀ ਪਵਿੱਤਰ ਸਥਾਨ ਵੱਲ ਨੂੰ ਮੁੜਦੇ ਹਾਂ। ਲਿਖ ਲਓ, ਅਤੀ ਪਵਿੱਤਰ ਸਥਾਨ ਜਾਂ ਪਰਮ ਪਵਿੱਤਰ ਸਥਾਨ, most holy place। ਹਾਲੇਲੂਇਆ। ਅਤੀ ਪਵਿੱਤਰ ਸਥਾਨ, ਜਿੰਨਾ ਕਿ ਇਹਨਾਂ ਦਿਨਾਂ ਵਿੱਚ ਪ੍ਰਭੂ ਇਹਨਾਂ ਦੇ ਲਈ ਪ੍ਰਕਾਸ਼ਨ ਦਊਗਾ, ਜ਼ਰੂਰ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ। ਉਹ ਚਾਹੇ ਦਿਨਾਂ ਵਿੱਚ ਹੋਵੇ ਚਾਹੇ ਹਫ਼ਤਿਆਂ ਦੇ ਵਿੱਚ ਹੋਵੇ, ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਸਮਝਣ ਦੇ ਵਾਸਤੇ। ਅਤੀ ਪਵਿੱਤਰ ਸਥਾਨ, ਔਰ ਉਹਦੇ ਨੀਚੇ ਲਿਖ ਲਓ ਪਵਿੱਤਰ ਸਥਾਨ ਦਾ ਪਰਦਾ। ਦੇਖਾਂਗੇ ਆਪਾਂ ਕਿਹਨੂੰ ਭਲਾ, ਅਤੀ ਪਵਿੱਤਰ ਸਥਾਨ ਨੂੰ। ਪਰ ਅਤੀ ਪਵਿੱਤਰ ਸਥਾਨ ਦੇ ਦਰਮਿਆਨ ਕੀ ਆ, ਪਰਦਾ। ਪਵਿੱਤਰ ਸਥਾਨ ਤੇ ਅਤੀ ਪਵਿੱਤਰ ਸਥਾਨ ਦੇ ਦਰਮਿਆਨ ਕੀ ਆ, ਪਰਦਾ ਆ। ਇਹਦੇ ਦਰਮਿਆਨ ਕੀ ਆ, ਇੱਕ ਪਰਦਾ ਆ। ਆ ਜਿਹੜਾ ਕਮਰਾ ਵੱਡਾ ਸਾਰਾ ਬਣਿਆ, ਇਹਦੇ ਵਿੱਚ ਦੋ ਪੋਰਸ਼ਨ ਆ। ਅੱਜ ਦਾ ਹੁਣ ਆ ਇੱਕ ਕਮਰਾ ਹੈ ਨਾ, ਇੱਥੇ ਪਰਦਾ ਤੇ ਇਹਦੇ ਪਿੱਛੇ ਵੀ ਕੀ ਆ, ਇੱਕ ਕਮਰਾ ਹੈ ਜਿਹੜਾ ਅਤੀ ਪਵਿੱਤਰ ਸਥਾਨ ਹੈ। ਅਸੀਂ ਤਾਂ ਉੱਤੇ ਵਾਸ਼ਿੰਗ ਮਸ਼ੀਨ ਰੱਖੀ ਵੈਸੇ ਸਮਝਾਉਣ ਦੇ ਲਈ ਆ। ਹਾਲੇਲੂਇਆ। ਸੋ ਅਤੀ ਪਵਿੱਤਰ ਸਥਾਨ ਹੈ ਆ ਪਵਿੱਤਰ ਸਥਾਨ ਤੇ ਪਿੱਛੇ ਕੀ ਆ, ਅਤੀ ਪਵਿੱਤਰ ਸਥਾਨ ਆ। ਇਹਦੇ ਦਰਮਿਆਨ ਆ ਪਰਦਾ ਆ। ਤੇ ਪਰਦੇ ਨੂੰ ਨਹੀਂ ਆਪਾਂ ਦੇਖਿਆ ਹੋਇਆ। ਆਪਾਂ ਉੱਤੇ ਕੀ ਦੇਖਿਆ ਹੋਇਆ, ਧੂਪ ਦੀ ਬੇਦੀ, ਸ਼ਮਾਦਾਨ ਤੇ ਮੇਜ਼ ਤੇ ਰੋਟੀ। ਹਾਲੇਲੂਇਆ। ਸੋ ਪਰਦੇ ਦਾ ਵੀ ਕੋਈ ਕੰਮ ਹੈਗਾ ਆ, ਉਹਨੂੰ ਆਪਾਂ ਦੇਖਾਂਗੇ। ਹਾਲੇਲੂਇਆ। ਹਾਲੇਲੂਇਆ। ਕੁਝ 26 ਉਹਦੀ 31 ਤੋਂ 32 ਹੈ। ਸਾਡਾ ਸਰੀਰ ਆਪਾਂ ਦੇਖ ਚੁੱਕੇ ਹੋਏ ਆ, ਇੱਕ ਆਂਗਨ ਦਾ ਪ੍ਰਤੀਕ ਹੈ ਜਿਹੜਾ ਵਿਹੜਾ ਸੀਗਾ ਮਿਲਾਪ ਦੇ ਤੰਬੂ ਦਾ। ਔਰ ਉਸ ਤੋਂ ਬਾਅਦ ਅੰਦਰ ਮਿਲਾਪ ਦਾ ਤੰਬੂ ਆ, ਜਿਹਦੇ ਦੋ ਹਿੱਸੇ ਆ, ਇੱਕ ਪਵਿੱਤਰ ਸਥਾਨ ਤੇ ਇੱਕ ਅਤੀ ਪਵਿੱਤਰ ਸਥਾਨ। ਸੋ ਵਿਹੜਾ ਸਾਡਾ ਸਰੀਰ ਆ ਤੇ ਪਵਿੱਤਰ ਸਥਾਨ ਸਾਡਾ ਪ੍ਰਾਣ ਆ। ਤੇ ਅਤੀ ਪਵਿੱਤਰ ਸਥਾਨ ਸਾਡਾ ਕੀ ਆ ਭਲਾ, ਅਤੀ ਪਵਿੱਤਰ ਸਥਾਨ ਸਾਡਾ ਆਤਮਾ। ਹੁਣ ਗੱਲ ਕਿੱਥੇ ਦੀ ਛੜਨ ਲੱਗੀ ਆ ਭਲਾ, ਸਾਡੇ ਆਤਮਾ ਦੀ। ਸਾਡਾ ਆਤਮਾ ਤੇ ਪਰਮੇਸ਼ਰ ਦਾ ਆਤਮਾ। ਹਾਲੇਲੂਇਆ। ਯਾਨੀ ਕਿ ਸਾਡੇ ਆਤਮਾ ਦਾ ਪਰਮੇਸ਼ਰ ਦੇ ਆਤਮਾ ਦੇ ਨਾਲ ਸੰਗ ਜਾਂ ਮੇਲ। ਹਾਲੇਲੂਇਆ। ਇਹਦੇ ਬਾਰੇ ਆਪਾਂ ਅੱਜ ਧਿਆਨ ਕਰਾਂਗੇ ਥੋੜੇ ਸ਼ਬਦਾਂ ਵਿੱਚ। ਸੋ ਕੂਚ 26 ਉਹਦੀ 31 ਤੇ 32 ਆਇਤ ਪੜ੍ਹ ਲਓ ਥੋੜੀ ਉੱਚੀ ਆਵਾਜ਼ ਦੇ ਨਾਲ। ਤੂੰ ਨੀਲੇ ਬੈਂਗਨੀ, ਹਾਂਜੀ ਹਾਂਜੀ। ਤੂੰ ਨੀਲੇ ਬੈਂਗਨੀ ਔਰ ਕਿਰਮਚੀ ਅਤੇ ਮਹੀਨ ਉਣੇ ਹੋਏ ਕਤਾਨ ਦਾ ਇੱਕ ਪਰਦਾ ਬਣਾਈ। ਕਿਹੜੇ ਕਿਹੜੇ ਦਾ ਵੀ, ਨੀਲੇ ਬੈਂਜਨੀ ਤੇ ਲਾਲ ਰੰਗ, ਲਾਲ ਰੰਗ ਦਾ ਹਨਾ। ਔਰ ਮਹੀਨ ਕਤਾਨ ਦਾ ਜਿਹੜਾ ਆ ਉਹ ਕੱਪੜਾ ਬਣਾਈ, ਪਰਦਾ ਬਣਾਈ। ਪਰਦਾ ਕਤਾਨ ਦਾ ਆ, ਲੇਕਿਨ ਰੰਗ ਉਹਦੇ ਕਿਹੜੇ ਕਿਹੜੇ ਆ, ਨੀਲਾ ਬੈਂਜ ਲਾਲ। ਹਾਲੇਲੂਇਆ। ਔਰ ਇਹ ਜਿਹੜਾ ਪਰਦਾ ਆ, ਇਹਦੇ ਵਿੱਚ ਇਹ ਬਹੁਤ ਜ਼ਬਰਦਸਤ ਇਹਦੇ ਚ ਨਕਾਸ਼ੀ ਵੀ ਕੀਤੀ ਗਈ, ਇਹਦੇ ਵਿੱਚ ਯਾਨੀ ਕਿ ਕਢਾਈ ਵੀ ਕੀਤੀ ਗਈ ਆ। ਹਾਂ ਹਾਂ, ਉਹ ਕਾਰੀਗਰ ਦਾ ਕੰਮ ਹੋਵੇ। ਹਾਂ, ਐਵੇਂ ਕੰਮ ਨਾ ਹੋਵੇ ਕਿਤੇ। ਕਾਰੀਗਰ ਦੇ ਕੰਮ ਤੇ ਜਿਹੜਾ ਅਨ ਕਾਰੀਗਰ ਹੁੰਦਾ ਉਹਦੇ ਕੰਮ 'ਚ ਕੁਝ ਫਰਕ ਹੁੰਦਾ। ਸਾਡੇ ਬ੍ਰਦਰ ਪ੍ਰਭੂ ਕੋ ਚਲ ਗਏ ਤੇ ਉਹ ਦੱਸਦੇ ਹੁੰਦੇ ਸੀ, ਕੋਈ ਅਨ ਕਾਰੀਗਰ ਲਾ ਲਿਆ ਕਿਸੇ ਨੇ, ਅਨਟ੍ਰੇਨਡ, ਯਾਨੀ ਕਿ ਥੋੜਾ ਬਹੁਤਾ ਇਦਾਂ ਸੀਗਾ ਉਹਨੂੰ ਮਾੜਾ ਮੋਟਾ ਪਤਾ। ਤੇ ਉਹ ਜੀ ਉਹਨੇ ਇਦਾਂ ਦੀਵਾਰਾਂ ਖੜੀਆਂ ਕੀਤੀਆਂ ਕਮਰੇ ਦੀਆਂ, ਤੇ ਦੀਵਾਰਾਂ ਖੜੀਆਂ ਕਰ ਦਿੱਤੀਆਂ। ਤੇ ਉਸ ਤੋਂ ਬਾਅਦ ਫਿਰ ਉਹਨੇ ਥੱਲੇ ਨਾਪਿਆ। ਉਹਨਾਂ ਨੇ ਪੁੱਛਿਆ ਵੀ ਹੁਣ ਗਾਡਰ ਕਿੰਨਾ ਚਾਹੀਦਾ ਪੈਣਾ, ਨਾਪਿਆ ਵੀ ਥੱਲੋਂ ਮਤਲਬ ਕਿ 10 ਫੁੱਟ ਦਾ ਕਮਰਾ ਹੈ ਤੇ ਸਮਝ ਲਓ 9 ਇੰਚੀ ਦੋਨੋਂ ਪਾਸੇ 1.5 ਫੁੱਟ ਹੋ ਗਿਆ। ਤੇ ਕਿੰਨੇ ਹੋ ਗਿਆ, 10 ਤੇ 1.5 11.5 ਫੁੱਟ ਦਾ ਗਾਡਰ ਹੋਣਾ। ਹਾਲੇਲੂਇਆ। ਤੇ ਉਹਨੇ ਗਾਡਰ ਮੰਗਾ ਲਿਆ। ਜਦੋਂ ਉੱਪਰ ਗਾਡਰ ਪਾਉਣ ਲੱਗੇ ਤੇ ਗਾਡਰ ਆਇਆ ਹੀ ਨਹੀਂ।
ਕਿਉਂਕਿ ਦੀਵਾਰਾਂ ਜਿਹੜੀਆਂ ਸੀ ਦੋਨੇ ਆਊਟਸਾਈਡ ਨੂੰ ਕਿਵੇਂ ਸੀ, ਉੱਲਰੀਆਂ ਪਈਆਂ ਸੀ। ਹਾਲੇਲੂਇਆ, ਹਾਲੇਲੂਇਆ। ਸੋ ਕਾਰੀਗਰ ਦਾ ਕੰਮ ਜਦੋਂ ਆਪਾਂ ਦੇਖਦੇ, ਕੋਈ ਵੀ ਆਪਾਂ ਸੋਫਾ ਲੈਨੇ, ਕੁਝ ਵੀ ਫਰਨੀਚਰ ਲੈਨੇ, ਕੁਝ ਦਰਵਾਜ਼ਾ ਦੇਖਦੇ, ਕੁਝ ਵੀ ਆ, ਜਿੱਥੇ ਕਾਰੀਗਰ ਦਾ ਕੰਮ ਹੁੰਦਾ ਨਾ, ਉਹ ਬਿਲਕੁਲ ਕੀ ਹੁੰਦਾ ਆ, ਪਛਾਣ ਲਿਆ ਜਾਂਦਾ। ਤੇ ਜਿੱਥੇ ਵਿੱਚ ਕੋਈ ਗੜਬੜ ਪਾਈ ਜਾਂਦੀ, ਉੱਥੋਂ ਅਸੀਂ ਪਤਾ ਲੱਗ ਜਾਂਦਾ ਯਾਰ ਇਹ ਕਾਰੀਗਰ ਦਾ ਕੰਮ ਨਹੀਂ, ਕਾਰੀਗਰ ਦਾ ਕੰਮ ਨਹੀਂ। ਤੇ ਇੱਥੇ ਕਿਹੜਾ ਕੰਮ ਚਾਹੀਦਾ ਆ, ਕਾਰੀਗਰ ਦਾ ਕੰਮ ਚਾਹੀਦਾ। ਅਣਜਾਣ ਬੰਦੇ ਦਾ ਕੰਮ ਇੱਥੇ ਹੋਣਾ ਨਹੀਂ। ਹਾਲੇਲੂਇਆ, ਹਾਲੇਲੂਇਆ। ਸੋ ਜਿਹੜੇ ਆਸ਼ੀਸ਼ਾਂ ਬਰਕਤਾਂ ਦੇ ਉੱਤੇ ਲੱਗੇ ਹੋਏ ਲੋਕ ਆ, ਤੇ ਆਸ਼ੀਸ਼ਾਂ ਬਰਕਤਾਂ ਦਾ ਉਹਨਾਂ ਦੇ ਕੋਲ ਪ੍ਰਕਾਸ਼ ਆ, ਤੇ ਉਹ ਦੁੱਖ ਉਠਾਉਣ ਵਾਲੇ ਪ੍ਰਕਾਸ਼ ਦੇ ਬਾਰੇ ਜਾਣੂ ਹੋ ਸਕਦੇ ਨਹੀਂ। ਹਾਲੇਲੂਇਆ। ਜੇ ਉਹ ਦੁੱਖ ਉਠਾਉਣ ਦਾ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਕਰਨਗੇ ਵੀ ਤਾਂ ਉਹਨਾਂ ਦੇ ਮੂੰਹ ਫੱਬੂਗਾ ਨਹੀਂ। ਹਾਲੇਲੂਇਆ। ਹਾਂਜੀ ਹਾਂਜੀ। ਕਾਰੀਗਰੀ ਦਾ ਕੰਮ ਅਤੇ ਕਰੂਬੀਆਂ ਨਾਲ ਬਣਾਇਆ ਜਾਵੇ। ਹਾਂ, ਇਹ ਕਾਹਦੇ ਨਾਲ ਬਣਾਇਆ ਜਾਵੇ, ਕਰੂਬੀ। ਹਾਲੇਲੂਇਆ। ਇੱਕ ਹੁੰਦੇ ਸਰਾਫੀਮ, ਸਰਾਫ, ਇੱਕ ਹੁੰਦੇ ਕਰੂਬੀ, ਜਿਹਨੂੰ ਕਰੂਬੀਮ ਵੀ ਕਹਿੰਦੇ ਆ। ਇਹ ਕਿਹਦਾ ਕੰਮ ਹੋਵੇ, ਕਰੂਬੀਆਂ ਦਾ ਇਹਦੇ ਤੇ ਕੰਮ ਹੋਣਾ ਆ। ਜਿਹੜਾ ਪੜਦਾ ਆ ਉਹਦੇ ਤੇ ਉਹ ਫਰਿਸ਼ਤਿਆਂ ਦਾ, ਯਾਨੀ ਕਿ ਉਕਰਨਾ ਆ, ਉਹਨਾਂ ਫਰਿਸ਼ਤਿਆਂ ਦੀ ਤਸਵੀਰ ਹੋਣੀ ਆ, ਜਿਨ੍ਹਾਂ ਦਾ ਨਾਮ ਕੀ ਆ, ਕਰੂਬੀ। ਕਰੂਬੀ ਮਤਲਬ 4 ਖੰਭਾਂ ਵਾਲੇ। ਤੇ ਜਿਹੜੇ ਸਰਾਫੀਮ ਹੁੰਦੇ ਆ ਉਹ ਹੁੰਦੇ ਆ 6 ਖੰਭਾਂ ਵਾਲੇ। ਹਾਲੇਲੂਇਆ। ਕਰੂਬੀਮ, ਉਹਨਾਂ ਦੀ ਉੱਥੇ ਕੀ ਹੋਣੀ ਭਲਾ, ਨਕਾਸ਼ੀ ਹੋਣੀ, ਜਾਂ ਉਹਨਾਂ ਦੀ ਕਢਾਈ ਹੋਣੀ ਆ। ਹਾਂ, ਤੂੰ ਉਸ ਨੂੰ ਸਟੀਮ ਦੀ ਲੱਕੜੀ ਦੀਆਂ ਸੋਨੇ ਨਾਲ ਬਣੀਆਂ ਹੋਈਆਂ 4 ਥੰਮੀਆਂ ਉੱਤੇ ਲਮਕਾਵੇਂ। ਕਾਹਦੇ ਤੇ ਕਰੀ ਭਲਾ, ਸਟੀਮ ਮਤਲਬ ਕਿੱਕਰ ਦੀ ਲੱਕੜ, ਬਬੂਲ ਕਿੱਕਰ ਦੀ ਲੱਕੜੀ ਦੇ ਸੋਨੇ ਨਾਲ ਮੜੀਆਂ ਹੋਈਆਂ 4 ਥੰਮੀਆਂ ਉੱਤੇ ਲਮਕਾਈ। ਹਾਲੇਲੂਇਆ। ਯਾਨੀ ਕਿ ਇਹਦਾ ਮਤਲਬ ਆ ਉਹਦਾ ਜਿਹੜਾ ਪ੍ਰੋਗਰਾਮ ਹੈ, ਇੱਧਰ ਜਿਹੜੀ ਦੀਵਾਰ ਬਣੀ ਆ ਤੇ ਉਧਰ ਦੀਵਾਰ ਜਿਹੜੀ ਤਖਤਿਆਂ ਦੀ ਆਪਾਂ ਦੇਖੀ ਸੀ, ਤਖਤੇ ਲੱਗ ਕੇ ਖੜੇ ਕੀਤੇ ਨਾ, ਉਹ ਇੱਟਾਂ ਨਹੀਂ ਲਾਈਆਂ ਹੋਈਆਂ, ਤਖਤੇ ਖੜੇ ਕੀਤੇ ਹੋਏ ਜੋੜ ਕੇ। ਉਹ ਤਖਤਿਆਂ ਦਾ ਉਹਦੇ ਵਿੱਚ ਕੋਈ ਸਿਸਟਮ ਨਹੀਂ। ਇਹਦੇ ਲਈ ਐਕਸਟਰਾ ਕੀ ਆ, 4 ਥੰਮੀਆਂ ਇਦਾਂ ਖੜੀਆਂ ਕੀਤੀਆਂ ਜਾਣੀਆਂ, ਜਿਹਦੇ ਵਿੱਚ 3 ਸਮਝ ਲਓ ਦਰ ਹੋਣੇ, ਖੁੱਡੇ 3 ਹੋਣੇ ਤੇ 4 ਥੰਮੀਆਂ ਖੜੀਆਂ ਹੋਣੀਆਂ, ਇੱਕ ਇੱਥੇ, ਇੱਕ ਗੱਬੇ, ਫਿਰ ਇੱਕ ਹੋਰ ਉਤੋਂ ਅੱਗੇ, ਇੱਕ ਉਧਰ ਕੰਧ ਦੇ ਨਾਲ, 2 ਕੰਧਾਂ ਦੇ ਨਾਲ ਤੇ 2 ਗੱਬੇ। ਇਹ 4 ਥੰਮੀਆਂ ਖੜੀਆਂ ਕਰਨੀਆਂ, ਉਹਨਾਂ ਦੇ ਉੱਤੇ ਇਹਨੂੰ ਕੀ ਕਰਨਾ ਆ, ਲਟਕਾਉਣਾ ਆ। ਤਾਂ ਨਹੀਂ ਤੁਹਾਡੇ ਦਿਮਾਗ 'ਚ ਮੇਰੇ ਕਹਿੰਦੇ ਹੋਏ ਨਕਸ਼ਾ ਬਣੂ ਕਿ ਨਹੀਂ, ਮੈਂ ਕੋਸ਼ਿਸ਼ ਕਰਦਾ। ਇਹਦਾ ਟੈਂਡਰ ਲਗਾ, ਉਹ ਤੂੰ ਤਾਂ ਸਮਝ ਜਾਊਗਾ, ਤੇ ਹੋਰ ਵੀ ਨਿਆਣੇ ਹੈਗੇ ਆ ਛੋਟੇ। ਆ ਜਿਹੜੇ ਫੱਟੀ ਹੈ ਨਾ, ਇਹ ਜੋੜ ਕੇ ਇਹ ਦੀਵਾਰਾਂ ਬਣਾਈਆਂ ਗਈਆਂ ਸੀ, ਹਨਾ। ਇਹ ਵੀ ਸੋਨੇ ਨਾਲ ਮੜੇ ਪਏ ਸੀਗੇ। ਜਿਹੜਾ ਕਮਰਾ ਬਣਾਇਆ ਗਿਆ ਨਾ, ਤੇ ਕਮਰਾ ਆ ਜਿਹੜਾ ਕਮਰਾ ਥੱਲੇ ਚਾਰੇ ਪਾਸੇ ਕੰਧਾਂ ਹੋਈਆਂ ਨਾ, ਇਹ ਫੱਟੇ ਜੋੜ ਕੇ ਕੰਧਾਂ ਬਣਾਈਆਂ ਹੋਈਆਂ। ਔਰ ਇਹਨਾਂ ਦੇ ਵਿੱਚ ਆ ਜਿਹੜੀਆਂ ਪਈਆਂ ਨਾ ਥੰਮੀਆਂ, ਆ ਦੇ ਵਿੱਚ ਜਾ ਕੇ, ਜੇ ਥੋੜੀ ਬਹੁਤੀ ਫੋਟੋ ਸਮਝ ਆਉਂਦੀ ਹੈ, ਤੇ ਜਾਂ ਇਧਰਲੇ ਪਾਸੇ ਦੇਖ ਲਓ, ਆ ਗੱਬੇ ਜਾ ਕੇ ਆ ਪਰਦੇ ਟੰਗੇ ਹੋਏ ਨਾ ਵਿੱਚ ਪਿੱਛੇ ਜੇ, ਇੱਕ ਤਾਂ ਫਰੰਟ ਤੇ ਪਰਦੇ ਟੰਗੇ ਹੋਏ ਆ, ਇੱਕ ਆ ਪਿੱਛੇ ਟੰਗੇ ਹੋਏ ਆ, ਦਿਸਦੇ ਕਿਸੇ ਨੂੰ? ਹਾਂਜੀ। ਹਾਂ, ਇਸ ਪ੍ਰਕਾਰ ਦੇ ਨਾਲ ਉਹ ਥੰਮੀਆਂ ਜਿਹੜੀਆਂ ਉਹ ਖੜੀਆਂ ਕਰਨੀਆਂ, ਤੇ ਥੰਮੀਆਂ ਵੀ ਕਾਹਦੇ ਨਾਲ ਮੜਨੀਆਂ ਆ, ਸੋਨੇ ਨਾਲ। ਤੇ ਉਹਨਾਂ ਦੇ ਥੱਲੜਾ ਪ੍ਰੋਗਰਾਮ ਕਾਤੇ ਰੱਖਣਾ ਆ, ਚਾਂਦੀ ਤੇ। ਹਾਲੇਲੂਇਆ। ਜਿੱਦਾਂ ਆ ਥੰਮੀਆਂ ਥੱਲੇ ਚਾਂਦੀ ਦੀਆਂ ਚੀਥੀਆਂ ਪਈਆਂ ਨਾ, ਜਿਹੜੀਆਂ ਇਹਦੇ ਵਿੱਚ ਥੱਲੇ ਚੂਲਾਂ ਬਣੀਆਂ ਹੋਈਆਂ ਨਿੱਕੀਆਂ ਹੈ ਨਾ, ਉਹ ਇਹਦੇ ਤੇ ਰੱਖ ਦਿੰਦੇ ਸੀ, ਜਿਹੜਾ ਬਾਕੀ ਰੱਖੀਆਂ ਹੋਈਆਂ, ਇਹਨੂੰ ਵੀ ਚੱਕ ਕੇ ਇੱਥੇ ਰੱਖ ਕੇ ਇਹਦੇ ਵਿੱਚ ਫਸਾ ਦੇਣਾ। ਇਹੀ ਸਿਸਟਮ ਥੱਲੇ ਆ। ਹਾਲੇਲੂਇਆ। ਸੋਨੇ ਨਾਲ ਮੜ ਕੇ ਚਾਂਦੀ ਦੇ ਉੱਤੇ, ਚਿੱਠੀਆਂ ਦੇ ਉੱਤੇ ਰੱਖ ਦੇਣੇ ਆ। ਉਹਦੇ ਨਾਲ ਪਰਦਿਆਂ ਨੂੰ ਕੀ ਕਰਨਾ ਆ, ਟੰਗਣਾ ਆ। ਹਾਲੇਲੂਇਆ। ਪ੍ਰੋਗਰਾਮ ਬੜਾ ਹੀ ਔਖਾ ਜਿਹਾ ਆ। ਹਾਲੇਲੂਇਆ। ਸੋ ਪਰਦਾ ਟੰਗਣ ਦਾ ਵੀ ਇੱਕ ਸਿਸਟਮ ਦੇ ਦਿੱਤਾ ਗਿਆ। ਉਹਦਾ ਕੀ ਸੀ, ਉਤੋਂ ਉਧਰੋਂ ਡੰਡਾ ਪਾਉਂਦੇ, ਜਿੱਦਾਂ ਪਾਇਆ ਹੋਇਆ, ਇਧਰੋਂ ਉਧਰਲੀ ਦੀਵਾਰ ਤੱਕ ਏਦਾਂ ਡੰਡਾ ਪਾਉਂਦੇ, ਤੇ ਪਰਦਾ ਪਾ ਦਿੰਦੇ। ਪਰ ਪਰਦਾ ਕਿੰਨੀਆਂ ਤੰਮੀਆਂ ਤੇ ਆਉਣਾ ਆ, 4 ਤੰਮੀਆਂ ਤੇ ਆਉਣਾ ਆ ਨਾ। ਹਾਲੇਲੂਇਆ। ਇਹ 4 ਤੰਮੀਆਂ ਤੇ ਪਰਦਾ ਕਿਉਂ ਆਉਣਾ ਆ ਬਈ, ਇਹਦੇ ਬਾਰੇ ਵੀ ਰਾਜ ਹੈ। 3 ਤੰਮੀਆਂ ਤੇ ਕਿਉਂ ਨਹੀਂ, 2 ਤੰਮੀਆਂ ਤੇ ਕਿਉਂ ਨਹੀਂ, ਜਾਂ 10-15 ਤੰਮੀਆਂ ਤੇ ਕਿਉਂ ਨਹੀਂ, ਕਿੰਨੀਆਂ ਤੇ ਆ, 4 ਤੇ ਆ। ਇਹਦਾ ਵੀ ਕੋਈ ਰਾਜ ਹੈ।
ਗਾਂ ਜਾ ਕੇ ਆਪਾਂ ਦੇਖਦੇ ਹਾਂ। ਹਾਂ 32 ਤੱਕ। ਔਰ ਉਹਨਾਂ ਦੇ ਕੁੰਡੇ ਸੋਨੇ ਦੇ ਹੋਣ, ਸੋਨੇ ਦੇ ਕੁੰਡੇ ਹੋਣ ਉਹਦੇ ਜਿਹੜੇ ਉੱਥੇ ਲੱਗਣੇ ਆ। ਔਰ ਉਹ ਚਾਂਦੀ ਦੀਆਂ ਚੋਹਾਂ ਚਿੱਤੀਆਂ ਉੱਤੇ ਹੋਣ। ਹਾਂ ਹਾਲੇਲੂਇਆ। ਜਿਹੜੀਆਂ ਚਿੱਠੀਆਂ ਵੀ ਥੱਲੇ ਚਾਂਦੀ ਦੀਆਂ 4 ਹੋਣੀਆਂ ਆ, ਤੇ ਉਹ ਬੀਮ ਵੀ ਜਿਹੜੇ ਕੋਲੇ ਆ ਪਿੱਲਰ ਆ ਬਾਲੇ ਉਹ ਵੀ ਕਿੰਨੇ ਹੋਣੇ ਆ? 4 ਹੋਣੇ। ਤੇ ਮੜੇ ਕਾਹਦੇ ਨਾਲ ਹੋਣੇ ਆ? ਸੋਨੇ ਦੇ ਨਾਲ। ਆ ਜਾ ਹੋ ਗਿਆ ਜੀ। ਹਾਂਜੀ। ਦੇਖੋ ਇਹ ਪਰਦਾ ਜਿਹਦੇ ਬਾਰੇ ਆਪਾਂ ਹੁਣ ਧਿਆਨ ਕਰਨ ਜਾ ਰਹੇ ਹਾਂ, ਇਹਦੇ ਅੱਗੇ ਲਿਖ ਲਓ 26 ਤੋਂ 31 ਤੋਂ 32 ਦੇ ਅੱਗੇ। ਇਹ ਪਰਦਾ ਪਵਿੱਤਰ ਸਥਾਨ ਨੂੰ ਪਰਮ ਪਵਿੱਤਰ ਸਥਾਨ ਤੋਂ ਅਲੱਗ ਕਰਦਾ ਸੀ। ਲਿਖ ਲਓ ਆਇਤ ਦੇ ਅੱਗੇ ਦਾ ਹਿੰਟ ਲਿਖ ਲਓ। ਇਹ ਪਰਦਾ ਪਵਿੱਤਰ ਸਥਾਨ ਨੂੰ ਪਰਮ ਪਵਿੱਤਰ ਸਥਾਨ ਤੋਂ ਅਲੱਗ ਕਰਦਾ ਸੀ ਅਤੇ ਸਿਰਫ ਮਹਾਜਾਜਕ ਹੀ ਸਾਲ ਵਿੱਚ ਇੱਕ ਵਾਰ ਜਾ ਸਕਦਾ ਸੀ। ਕਿ ਤੇਰਾ ਹਥਿਆਰ ਕਿੱਥੇ? ਮੇਰੀ ਕਾਪੀ ਇਹ ਕਿਦਾਂ? ਉਧਰ ਯੁੱਧ ਛਿੜਿਆ ਹੋਵੇ ਤੇ ਉਧਰ ਆਪਣਾ ਹਥਿਆਰ, ਮੇਰਾ ਤਾਂ ਉਧਰ ਚੱਲਣ ਡਿਆ ਜੀ। ਉਹਦਾ ਉਧਰ ਚੱਲੀ, ਉਹਦਾ ਆਪਣੀ ਸੇਫਟੀ ਕਰ ਲਓ। ਤੇਰੇ ਹਥਿਆਰ ਦਾ ਤੇਰਾ ਕੀ ਬਣੂ? ਨਹੀਂ ਉਹ ਲੇਖੜਾ ਮੇਰੀ ਕਾਪੀ ਦੇ ਵਿੱਚ। ਅੱਛਾ ਜਿਹੜਾ ਤੇਰੇ ਤੇ ਬਾਹਰ ਉਹਦਾ ਸਾਹਮਣਾ ਉਹ ਕਰਨ ਡਿਆ, ਤੇ ਜੇ ਪਿੱਛੋਂ ਦੀ ਕਿਸੇ ਨੇ ਕਰਤਾ। ਹਾਲੇਲੂਇਆ। ਚਲੋ ਪਿੱਛੇ ਵੀ ਦੇ ਦਿਓ ਇੱਕ ਕਾਪੀ। ਇਬਰਾਨੀਓ 10 ਦੀ 19 ਤੇ 20 ਐ। ਅਗਲਾ ਇਹ ਨਾਲ ਸੀਰੀਅਲ ਵਾਈਜ਼ ਖੁੱਲਦੀ ਜਾਣੀ ਗੱਲ, ਸਮਝਦੇ ਜਾਓ। ਆਪਾਂ ਕੀ ਸਿੱਖਣ ਲੱਗੇ ਆ? ਅਤੀ ਪਵਿੱਤਰ ਸਥਾਨ। ਪਰ ਉਹਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕੀ ਆ ਗਿਆ? ਅੱਗੇ ਪਰਦਾ ਆ ਗਿਆ। ਪਰਦੇ ਨੂੰ ਵੀ ਸਮਝਣਾ ਪੈਣਾ, ਕਿਉਂਕਿ ਪਰਦੇ ਦੇ ਅਗਲੇ ਪਾਸੇ ਆਪਾਂ ਦੇਖੀਆਂ 3 ਚੀਜ਼ਾਂ। ਪਰਦੇ ਦੇ ਪਿਛਲੇ ਪਾਸੇ ਵੀ ਕੁਝ ਹੈ, ਪਰ ਇਹ ਅੱਗੇ ਪਿੱਛੇ ਦੇਖਣ ਤੋਂ ਪਹਿਲਾਂ ਇਸ ਪਰਦੇ ਨੂੰ ਸਮਝਣਾ ਪੈਣਾ ਆ। ਹਾਂ ਉਪਰੰਤ ਹੈ ਭਰਾਵੋ, ਜਦੋਂ ਸਾਨੂੰ ਯੀਸ਼ੂ ਦੇ ਲਹੂ ਦੇ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ, ਅਰਥਾਤ ਉਸ ਨਵੇਂ ਅਤੇ ਜਿਉਂਦੇ ਰਾਹ ਹੀ ਜਿਹੜਾ ਉਹਨੇ ਪਰਦੇ ਮਾਨੋ ਆਪਣੇ ਸਰੀਰ ਥਾਣੀ ਸਾਡੇ ਲਈ ਖੋਲਿਆ। ਪਰਦੇ ਮੰਨੋ ਆਪਣੇ ਸਰੀਰ ਥਾਣੀ। ਇਹਦਾ ਮਤਲਬ ਆ ਇਹ ਪਰਦਾ ਯਿਸੂ ਮਸੀਹ ਦੀ ਦੇਹ ਨੂੰ ਕੀ ਕਰਦਾ ਆ? ਭਲਾ ਦਿਖਾ ਰਿਹਾ। ਹਾਲੇਲੂਇਆ। ਜਿੱਦਾਂ ਦੇਹ ਉੱਥੇ ਲਟਕਾਈ ਗਈ ਸਲੀਬ ਤੇ, ਇਦਾਂ ਹੀ ਪਰਦੇ ਇੱਥੇ ਲਟਕਾਏ ਹੋਏ ਆ। ਜਿੱਦਾਂ ਹੀ ਦੇਹ ਚੋਂ ਜਾਨ ਨਿਕਲੀ ਤੇ ਉਦਾਂ ਹੀ ਪਰਦਾ ਕੀ ਹੋ ਗਿਆ? ਭਲਾ ਫਟ ਗਿਆ। ਜਾਨ ਕਿੱਥੇ ਨਿਕਲੀ ਆ? ਸਲੀਬ ਤੇ। ਸਲੀਬ ਕਿੱਥੇ ਦਿੱਤੀ ਆ? ਕਲਵਰੀ ਪਹਾੜ ਤੇ ਮੰਦਿਰ ਕਿੱਥੇ ਆ? ਯਰੂਸ਼ਲਮ ਸਾਈਡ ਤੇ ਆ। ਹਾਲੇਲੂਇਆ। ਮੰਦਿਰ ਦੇ ਵਿੱਚ ਤੇ ਯਿਸੂ ਦੇ ਵਿੱਚ ਦੇਖ ਲਓ ਕਿੰਨਾ ਦੂਰੀ ਆ। ਹਾਲੇਲੂਇਆ। ਪਰ ਇੱਥੇ ਜਾਨ ਦਿੱਤੀ ਆ ਤੇ 4 ਇੰਚ ਮੋਟਾ ਪਰਦਾ ਕਿੱਥੇ ਫੜਨ ਡਿਆ? ਹਾਲੇਲੂਇਆ। 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 ਸੋ ਇਹ ਪਰਦਾ ਕਿਤੇ ਐਵੇਂ ਮਾਮੂਲੀ ਪਰਦਾ ਹੈ ਨਹੀਂਗਾ। ਹਾਲੇਲੂਇਆ। ਯਿਸੂ ਮਸੀਹ ਵੀ ਕਹਿੰਦਾ ਕਿ ਮੈਨੂੰ ਕੋਈ ਮਾਰ ਸਕਦਾ ਨਹੀਂ, ਮੈਂ ਤਾਂ ਜਾਨ ਆਪਣੀ ਆਪ ਦੇਣਾ ਹੈ ਤੇ ਵਾਪਸ ਲੈ ਲੈਣਾ। ਦੇਣ ਦਾ ਵੀ ਹੱਕ ਹੈ ਤੇ ਲੈਣ ਦਾ ਵੀ ਹੱਕ ਰੱਖਦਾ। ਸੋ ਆਜੋ ਲਿਖ ਲਓ 20 ਤੱਕ ਆ ਗਿਆ। ਇਹ ਪਰਦਾ ਯਿਸੂ ਮਸੀਹ ਦੀ ਸਲੀਬ ਤੇ ਚੜਾਈ ਦੇਹ ਦਾ ਪ੍ਰਤੀਨਿਧਿਤਵ ਕਰਦਾ ਹੈ। ਇਹ ਪਰਦਾ ਯਿਸੂ ਮਸੀਹ ਦੀ ਸਲੀਬ ਤੇ ਚੜਾਈ ਦੇਹ ਦਾ ਪ੍ਰਤੀਨਿਧਿਤਵ ਕਰਦਾ ਹੈ। ਜਿਹੜਾ ਅਤੀ ਪਵਿੱਤਰ ਸਥਾਨ ਦਾ ਪਰਦਾ ਆ ਉਹ ਕਿਹਦਾ ਪ੍ਰਤੀਕ ਆ? ਯਿਸੂ ਮਸੀਹ ਦਾ ਪ੍ਰਤੀਕ ਹੈ। ਪਰ ਯਿਸੂ ਮਸੀਹ ਦੇ ਕਿਹੜੇ ਹਿੱਸੇ ਦਾ ਪ੍ਰਤੀਕ ਆ? ਦੇਹ ਦਾ। ਪਰ ਕਿਹੜੀ ਦੇਹ ਦਾ? ਜਿਹੜੀ ਬਾਹਰ ਚਮਤਕਾਰ ਕਰ ਰਹੀ ਉਹਦਾ ਨਹੀਂ। ਹਾਲੇਲੂਇਆ। ਜਿਹੜੀ ਅਚੰਭੇ ਦਿਖਾ ਰਹੀ ਉਹਦਾ ਨਹੀਂ। ਕਿਹੜੀ ਦੇਹ ਦਾ ਆ?
ਜਿਹੜੀ ਸਲੀਬ ਤੇ ਚੜਾਈ ਗਈ ਆ ਦੇ ਉਹਦਾ ਪ੍ਰਤੀਕ ਆ ਵੀ ਇਹ ਪਰਦਾ। ਹਾਲੇਲੂਇਆ। ਜੋ ਉਸਨੇ ਇਹ ਪ੍ਰਤੀਨਿਧ ਕਰਦਾ ਆ, ਜੋ ਉਸਨੇ ਪਰਦੇ ਅਰਥਾਤ ਆਪਣੀ ਦੇਹ ਦੁਆਰਾ ਸਾਡੇ ਲਈ ਖੋਲ ਦਿੱਤਾ। ਇਹ ਪਰਦਾ ਕਾਹਦੇ ਦੁਆਰਾ ਖੁੱਲਿਆ ਆ? ਉਹਦੀ ਦੇਹ ਦੇ ਦੁਆਰਾ ਇਹ ਪਰਦਾ ਸਾਡੇ ਲਈ ਖੁੱਲਿਆ। ਇਹ ਪਰਦਾ ਅਗਰ ਚਾਕੂ ਛੁਰੀਆਂ ਨਾਲ ਵੀ ਕੱਟਣਾ ਹੋਵੇ ਤੇ ਬੜਾ ਮੁਸ਼ਕਲ ਆ। ਹਾਲੇਲੂਇਆ। ਪਰ ਇਹ ਪਰਦਾ ਬਿਨਾ ਹੱਥ ਲਾਏ ਕੀ ਹੋ ਗਿਆ? ਆਪਣੇ ਆਪ ਹੀ ਫਟ ਗਿਆ। ਹਾਲੇਲੂਇਆ। ਸੋ ਇਹ ਆ ਪਵਿੱਤਰ ਸਥਾਨ ਦੇ ਪਰਦੇ ਦੀ ਮਹਿਮਾ। ਆ ਜਾਓ, ਖੋਲ ਦਿੱਤਾ। ਸੋ ਮੱਤੀ 27 ਦੀ 51 ਆਇਤ ਪੜ੍ਹਨੀ। ਆਇਤ ਪੜ੍ਹ ਲਓ, ਫਿਰ ਕੱਲ ਨੂੰ ਖੁਦਾ ਚਾਹੂਗਾ ਤੇ ਫਿਰ ਇਹਦੇ ਤੇ ਵਿਚਾਰ ਕਰਾਂਗੇ। ਆਇਤ ਪੜ੍ਹ ਲਓ ਕਿਉਂਕਿ ਟਾਈਮ ਅभी ਮੇਰਾ दूसरी क्लास का होगा। ਇਹ ਤਾਂ ਕਹਿੰਦੇ ਸਾਰਾ ਹੀ ਅਸੀਂ ਖਾ ਜੀਏ, ਯਿਸੂ ਮਸੀਹ ਹੁਣੇ ਖਾ ਜੀਏ। ਥੋੜਾ ਥੋੜਾ ਹਿਸਾਬ ਨਾਲ ਖਾਣਾ ਪੈਣਾ, ਪਹੁੰਚਾਉਣਾ ਵੀ ਹੈ ਨਾ। ਹਾਂਜੀ ਹਾਂਜੀ। और देखो मंदिर का पर्दा हाँ जी। ऊपर से नीचे तक फटकर 2 टुकड़े हो गया। हाँ। और धरती डोल गई। डोल गई। और चट्टानें तड़क गई। हाँ। हालेलुया। पर्दा नहीं फटिया, नाल धरती भी क्यों हो गई? डोल गई। चट्टाना तक की हो गई? तिड़क गई। हालेलुया। लिख लो, जदों यीशु ने जान दी तब पर्दा फट गया। ਜਦੋਂ ਯਿਸੂ ਨੇ ਜਾਨ ਦਿੱਤੀ ਤਾਂ ਪਰਦਾ ਫਟ ਗਿਆ ਅਤੇ ਸਾਡੇ ਲਈ ਰਸਤਾ ਖੋਲ ਕੇ ਦੇ ਦਿੱਤਾ। ਕੀ ਕਰ ਦਿੱਤਾ ਬਈ? ਸਾਡੇ ਲਈ ਰਸਤਾ ਨਹੀਂ ਸੀ ਨਾ ਖੁੱਲ ਰਿਹਾ। ਕਿਉਂ ਨਹੀਂ ਸੀ ਖੁੱਲ ਰਿਹਾ? ਇਹ ਪਰਦਾ ਹੀ ਕਿਉਂ ਆ ਗਿਆ ਵਿੱਚ ਸਾਡੇ ਤੇ ਰੱਬ ਦੇ? ਇਹਨੂੰ ਵੀ ਕੱਲ ਨੂੰ ਅਗਰ ਖੁਦਾ ਚਾਹੂਗਾ ਤੇ ਇਹਨੂੰ ਸਮਝ ਕੇ ਅੱਗੇ ਵਧਾਂਗੇ। ਖੋਲ ਕੇ ਦੇ ਦਿੱਤਾ ਪਿਤਾ ਨਾਲ ਮੇਲ ਕਰਨ ਲਈ। ਕੱਲ ਲਈ ਖੋਲ ਕੇ ਦਿੱਤਾ ਆ ਪਿਤਾ ਨਾਲ ਮੇਲ ਕਰਨ ਲਈ। ਸੋ ਆਪ ਅੱਖਾਂ ਬੰਦ ਕਰ ਦਿਓ। ਖੁਦਾਵੰਦ ਧੰਨਵਾਦ ਅੱਜ ਦੇ ਅੱਛੇ ਸਮੇਂ ਲਈ, ਅੱਛੇ ਦਿਨ ਲਈ। ਬੈਠ ਕੇ ਜਦੋਂ ਅਤੀ ਪਵਿੱਤਰ ਸਥਾਨ ਦੇ ਲਈ ਸੁਣਨਾ ਸਿੱਖਣਾ ਸ਼ੁਰੂ ਕੀਤਾ ਪ੍ਰਭੂ, ਅਗਰ ਤੇਰੀ ਆਮਦ ਵਿੱਚ ਖੁਦਾਵੰਦ ਦੇਰੀ ਆ ਤੇ ਖੁਦਾਵੰਦ ਇਸ ਵਿਸ਼ੇ ਨੂੰ ਸਾਨੂੰ ਹੋਰ ਚੰਗੀ ਤਰ੍ਹਾਂ ਸਮਝ ਕੇ ਆਪਣੇ ਆਪ ਨੂੰ ਹੋਰ ਤਿਆਰ ਕਰਨ ਦੇ ਲਈ ਬਲ ਬਖਸ਼ ਦਿਓ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ। ਹੁਣ ਸਾਡੇ ਖੁਦਾ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਬਖਸ਼ਿਸ਼ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਸਭ ਇਮਾਨਦਾਰਾਂ ਬਸਾਂ ਨਾਲ ਹੁੰਦੀ ਰਹੇ। ਹਾਲੇਲੂਇਆ।